ओंकार सर्वदा प्रकाशक जो सतगुरां दी प्रसाद कृपा द्वारा प्राप्त हुंदा है। राग बिलावल महला चौथा। बिलावल राग दी अंदर चौथे पातशाह सतगुरु श्री गुरु रामदास साहिब जी महाराज। पड़ताल कर 13वें सुरताल ਦੇ ਵਿੱਚ ਪੜਤਾਲ ਛੰਦ ਦੁਆਰਾ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਪੜਤਾਲ ਛੰਦ ਦੀ ਵਿਚਾਰ ਸੋ ਜਿਹਦੇ ਵਿੱਚ ਭਾਟਵੇਂ ਤਾਲ ਪੈਣ ਸੋ ਕਹੀਏ ਪੜਤਾਲ, ਜਿਹਦੇ ਵਿੱਚ ਵਾਹਿਗੁਰੂ ਜੀ ਦੀ ਖੋਜ ਦੇ ਬਚਨ ਹੋਣ ਸੋ ਕਹੀਏ ਪੜਤਾਲ। ਇਹ ਪੜਤਾਲ ਉਚਾਰਦੇ ਹਨ। ਬੋਲੋ ਭਈਆ ਰਾਮ ਨਾਮ ਪਤਤ ਪਾਵਨੋ। हे भैया जी, हे भाई जी, उस प्रभु दे गुण उचारण करो जो राम परमेश्वर अपने नाम द्वारा पतित पापियां नू पवित्र करने वाला है। हर संत भगत तारनो। हरि परमेश्वर अपने शांत चित महात्मा भगती करने वाले सेवकां नू संसार समुद्र तो पार करने वाला तारन वाला है। हर भर पूरे रहिया। हरि परमेश्वर आकाश आदਿਕ सब ਥਾਵਾਂ ਦੇ ਵਿੱਚ ਲਬਾ ਪੂਰਨ ਵਿਆਪਕ ਹੋ ਰਿਹਾ ਹੈ। हर जल थले राम नाम। ਜਲ ਤਰਲ ਥਾਵਾਂ ਦੇ ਥਲੇ ਖੁਸ਼ਕ ਥਾਵਾਂ ਦੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ। ਇਸੇ ਪ੍ਰਕਾਰ ਜਲ ਥਲੇ ਰਾਮ ਨਾਮ। ਜਲ ਦੀ ਤਰ੍ਹਾਂ ਉੱਤਮ ਅਧਿਕਾਰੀਆਂ ਦੇ ਵਿੱਚ, ਥਲ ਦੀ ਤਰ੍ਹਾਂ ਕਨਿਸ਼ਟ ਅਧਿਕਾਰੀਆਂ ਵਿੱਚ ਰਾਮ ਦਾ ਨਾਮ ਵਿਆਪਕ ਹੈ। ਇਸੇ ਪ੍ਰਕਾਰ ਜਲ ਥਲੇ ਰਾਮ ਨਾਮ। ਜਿਨ੍ਹਾਂ ਦਾ ਚਿੱਤ ਜਲ ਦੀ ਨਿਆਈ ਪ੍ਰੇਮ ਦੇ ਵਿੱਚ ਭਿੱਜਿਆ ਪਿਆ, ਉਹਨਾਂ ਨੂੰ ਰਾਮ ਦੇ ਨਾਮ ਦੁਆਰਾ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਦੁਖ ਵਿਸਾਰਨੋ। ਇਸ ਕਰਕੇ ਨਿਤ ਪ੍ਰਤੀ ਉਸ ਦੇ ਜਸ ਨੂੰ, ਉਸ ਦੇ ਨਾਮ ਨੂੰ ਗਾਇਨ ਕਰੀਏ ਜੋ ਹਰੀ ਪਰਮੇਸ਼ਰ ਦੁੱਖਾਂ ਦੇ ਵਿਸਾਰਨ ਭਾਵ ਨਿਵਰਤ ਕਰ ਦੇਣ ਵਾਲਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕੀਆ ਹੈ ਸਫਲ ਜਨਮ ਹਮਾਰਾ। ਹਰੀ ਪਰਮੇਸ਼ਰ ਨੇ ਆਪਣਾ ਨਾਮ ਦੇ ਕੇ ਹਮਾਰਾ ਮਨੁੱਖਾ ਜਨਮ ਸਫਲਾ ਕਰ ਦਿੱਤਾ ਹੈ, ਜਾਂ ਸਹਿਤ ਗਿਆਨ ਰੂਪੀ ਫਲ ਦੇ ਕਰ ਦਿੱਤਾ ਹੈ। ਹਰ ਜਪਿਆ ਹਰ ਦੁਖ ਵਿਸਾਰਨ ਹਾਰਾ। ਕਿਉਂਕਿ ਅਸੀਂ ਹਰੀ ਪਰਮੇਸ਼ਰ ਦਾ ਨਾਮ ਜੋ ਜਪਿਆ, ਜੋ ਪਰਮੇਸ਼ਰ ਸਾਰੇ ਦੁੱਖਾਂ ਨੂੰ ਨਾਸ਼ ਕਰ ਦੇਣ ਵਾਲਾ ਹੈ। ਗੁਰ ਭੇਟਿਆ ਹੈ ਮੁਕਤ ਦਾਤਾ। ਮੁਕਤੀ ਦੇ ਦੇਣ ਵਾਲਾ। ਇਹ 700 ਜਿਹੜਾ ਦੂਜਾ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਪੋਥੀ ਦਾ ਨਹੀਂ। ਨਹੀਂ ਐਸੀ ਪੋਥੀ ਲਿਖਾਣਾ ਨਾ ਸਾਡੀ ਪੋਥੀ ਹਾਂਜੀ ਦੇਖੋ। ਨਹੀਂ ਐਸੀ ਦੇ ਪਿਛਲੇ ਅੰਗ ਦੇ ਐਸੀ ਪੋਥੀ ਨਹੀਂ। ਤਾਂ ਮਾਰਾ ਰੰਗ ਚੱਲ ਰਿਹਾ ਪੋਥੀ ਰੰਗ ਹੋਣਾ ਹੈ ਕਿੱਥੇ ਹੈ। ਉਹਦੇ ਤੇ ਕੋਈ ਵਿਸ਼ਵਾਸ ਨਹੀਂ, ਗਲਤ ਮਤ ਲਿਖਿਆ ਸਾਰਾ ਕੁਛ।
ਹਾਂਜੀ। ਗੁਰ ਭੇਟਿਆ ਹੈ ਮੁਕਤ ਦਾਤਾ। ਮੁਕਤੀ ਦੇ ਦੇਣ ਵਾਲਾ ਗੁਰੂ ਸਾਨੂੰ ਮਿਲਿਆ ਹੋਇਆ ਹੈ। ਹਰ ਕੀ ਹਮਾਰੀ ਸਫਲ ਜਾਤਾ। ਜਿਸ ਹਰੀ ਪਰਮੇਸ਼ਰ ਨੇ ਜੋ ਆਪ ਦੀ ਪ੍ਰਾਪਤੀ ਕਰਵਾ ਕੇ ਸਾਡੀ ਮਨੁੱਖੀ ਜੀਵਨ ਦੀ ਜੋ ਯਾਤਰਾ ਸੀ ਉਹ ਸਫਲ ਕਰ ਦਿੱਤੀ ਹੈ। ਜੋ ਗੁਰੂ ਘਰ ਦੀ ਯਾਤਰਾ ਹੈ ਆਪਣੇ ਦਰਸ਼ਨ ਦਿਦਾਰੇ ਦੇ ਕੇ ਸਫਲ ਕਰ ਦਿੱਤੀ ਹੈ। ਮਿਲ ਸੰਗਤੀ ਗੁਣ ਗਾਵਨੋ। ਗੁਰਾਂ ਦੀ ਸੰਗਤ ਨਾਲ ਮਿਲਾਪ ਕਰਕੇ ਹਰੀ ਦੇ ਗੁਣਾਂ ਤਾਈਂ ਗਾਉਣਾ ਕਰਦੇ ਹਾਂ। ਰਾਮ ਨਾਮ ਕਰ ਆਸਾ। ਇਹ ਮਨ ਤੂੰ ਪਰਮੇਸ਼ਰ ਦੇ ਨਾਮ ਜਪਣ ਦੀ ਹੋਈ ਇੱਛਾ ਕਰਿਆ ਕਰ। ਇਸੇ ਪ੍ਰਕਾਰ ਰਾਮ ਨਾਮ ਕਰ ਆਸਾ। ਇਹ ਭਾਈ ਆਪਣੇ ਮਨ ਦੇ ਤਨ ਵਿੱਚ ਰਾਮ ਨਾਮ ਦੀ ਆਸਾ ਕਰਿਆ ਕਰ। ਪਾਉ ਦੂਜਾ ਬਿਨਸ ਬਿਨਾਸਾ। ਜਿਨ੍ਹਾਂ ਨੇ ਆਸਾ ਕੀਤੀ ਹੈ ਉਹਨਾਂ ਦਾ ਨਾਸ਼ ਹੋਣ ਯੋਗ ਜਿਹੜਾ ਦਵੈਤ ਭਾਵ ਸੀ ਉਹ ਨਾਸ਼ ਹੋ ਗਿਆ ਹੈ। ਉਹ ਨਾਸ਼ ਹੋ ਜਾਣ ਵਾਲੇ ਪਦਾਰਥਾਂ ਦੀ ਇੱਛਾ ਤੋਂ ਬਿਨਾਂ ਹੋ ਗਏ ਹਨ। ਜੀ ਆਸਾ ਹੋਏ ਨਿਰਾਸੀ। ਇਸ ਆਸਾ ਰੂਪ ਸੰਸਾਰ ਵਿੱਚ ਜਿਸ ਦੀ ਬਿਰਤੀ ਇੱਛਾ ਰਹਿਤ ਹੋ ਜਾਂਦੀ ਹੈ ਸੋ ਜਾਨ ਮਿਲਿਆ ਹਰ ਪਾਸੀ। ਉਹ ਪੁਰਸ਼ ਹਰੀ ਪਰਮੇਸ਼ਰ ਦੇ ਕੋਲ ਜਾ ਕੇ ਮਿਲਿਆ ਜਾਂ ਹਰੀ ਉਸ ਨੂੰ ਨੇੜੇ ਹੋ ਕੇ ਮਿਲਿਆ ਹੈ। ਉਸ ਦੀ ਜੰਮਣ ਮਰਨ ਜਮਾਂ ਦੀ ਫਾਹੀ ਵਾਹਿਗੁਰੂ ਜੀ ਨੇ ਨਾਸ਼ ਕਰ ਦਿੱਤੀ ਹੈ। ਕੋਈ ਰਾਮ ਨਾਮ ਗੁਣ ਗਾਵਨੋ। ਜਿਹੜਾ ਕੋਈ ਪਰਮੇਸ਼ਰ ਦਾ ਨਾਮ ਤੇ ਗੁਣਾਂ ਨੂੰ ਗਾਉਣਾ ਕਰਦਾ ਹੈ ਜਨ ਨਾਨਕ ਤਿਸ ਪਗ ਲਾਵਨੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਦਾਸ ਨੂੰ ਉਸ ਪਿਆਰੇ ਦੇ ਚਰਨਾਂ ਨਾਲ ਲਾਉਣਾ ਕਰੋ ਜਾਂ ਉਸ ਗੁਰਮੁਖ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਨਾਲ ਲਾਉਣਾ ਕੀਤਾ ਹੈ। ਇਹ ਪਾਵਨ ਸ਼ਬਦ ਦੇ ਦੋ ਪਦ ਨੇ ਕੇਵਲ। ਇੱਕ ਪੜਤਾਲ ਛੰਦ ਹੈ, ਇੱਕ ਸ਼ਬਦ ਹੈ ਤੇ ਜਿਹੜਾ 7 ਅੰਕ ਹੈ ਉਹ ਚੌਥੇ ਪਾਤਸ਼ਾਹ ਜੀ ਦੇ ਕੁੱਲ 7 ਸ਼ਬਦ ਆਏ ਨੇ, ਜਿਨ੍ਹਾਂ ਦੇ ਵਿੱਚੋਂ 6 ਸ਼ਬਦਾਂ ਦੀ ਕਥਾ ਤੁਸੀਂ ਕੱਲ੍ਹ ਸਰਵਣ ਕਰ ਚੁੱਕੇ ਹੋ। ਇੱਕ ਪੜਤਾਲ ਇਹ ਸ਼ਬਦ ਅੱਜ ਸਰਵਣ ਕੀਤਾ ਹੈ। ਅੱਗੇ 4 ਅੰਕ ਦਾ ਭਾਵ ਪਹਿਲੇ ਪਾਤਸ਼ਾਹ ਦੇ 4 ਸ਼ਬਦ ਹਨ। 6 ਅੰਕ ਦਾ ਭਾਵ ਤੀਜੇ ਪਾਤਸ਼ਾਹ ਦੇ 6 ਸ਼ਬਦ ਨੇ। ਅੱਗੇ 7 ਅੰਕ ਦਾ ਭਾਵ ਹੈ ਚੌਥੇ ਪਾਤਸ਼ਾਹ ਦੀ ਟੋਟਲ 7 ਸ਼ਬਦ ਹਨ। ਇਉਂ ਜੋੜ ਬਣ ਗਿਆ 17। ਐਂਡ ਤੇ 17 ਲਿਖਿਆ 4 6 7 ਤੇ 17 ਟੋਟਲ 17 ਸ਼ਬਦਾਂ ਦੀ ਕਥਾ ਹੈ। ਇਸ ਬਿਲਾਵਲ ਰਾਗ ਦੇ ਵਿੱਚ ਆਪ ਸਰਵਣ ਕਰ ਚੁੱਕੇ ਹੋ। ਇਹ ਭਾਈ ਗੁਰਦਾਸ ਸਾਹਿਬ ਜੀ ਦੀ ਬਹੁਤ ਵੱਡੀ ਸਿਆਣਪ ਹੈ ਕਿ ਉਹਨਾਂ ਨੇ ਪੂਰੀ ਗਿਣਤੀ ਮਿਣਤੀ ਲਿਖੀ ਹੈ। ਇੱਕ ਸ਼ਬਦ ਤਾਂ ਕੀ ਕੋਈ ਸ਼ਬਦ ਦੇ ਵਿੱਚੋਂ ਪੰਕਤੀ ਵਿੱਚੋਂ ਅੱਖਰ ਚੋਂ ਕੋਈ ਮਾਤਰਾ ਵੀ ਘਟਾ ਨਹੀਂ ਸਕਦਾ। ਉਸ ਵੇਲੇ ਪਤਾ ਲੱਗ ਜਾਊਗਾ ਇੰਨਾ ਤੁਕਾਂਤ ਤਾਲਮੇਲ ਗੁਰਬਾਣੀ ਦੇ ਵਿੱਚ ਸੋ ਸਹੀ ਤਰੀਕੇ ਨਾਲ ਮਹਾਰਾਜ ਨੇ ਉਚਾਰਿਆ ਤੇ ਭਾਈ ਸਾਹਿਬ ਨੇ ਲਿਖਿਆ ਹੈ। ਰਾਗ ਬਿਲਾਵਲ ਮਹਲਾ ਪੰਜਵਾ। ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਚੌਪਦੀ ਘਰ ਪਹਿਲਾ। ਪਹਿਲੇ ਸੁਰ ਤਾਲ ਵਿੱਚ 4-4 ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਨੇ। ਘਰ ਪਹਿਲਾ ਪਹਿਲੇ ਘਰ ਦੇ ਵਿੱਚ ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਉਹ ਦੂਜੀ ਲੀਡ ਜ਼ਿਆਦਾ ਯਾਰ ਮਾੜੀ ਮੋਟੀ ਨਹੀਂ ਬੋਲਦੀ।
ਸਤਿਨਾਮ ਹੈ ਜੋ ਤਿੰਨ ਸਮਿਆਂ ਦੇ ਵਿੱਚ ਇੱਕ ਰਸ ਰਹਿੰਦਾ ਹੈ। ਗੁਰ ਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਸਰੂਪ ਦਾ ਹੈ, ਜੋ ਹਮੇਸ਼ਾ ਹੀ ਆਨੰਦ ਰੂਪ ਹੈ, ਆਨੰਦ ਦੇਣੇ ਵਾਲਾ ਹੈ। ਸਭਨਾ 'ਚ ਚੇਤਨਤਾਈ ਸੱਤਾ ਸਪੁਰਤੀ ਬਖਸ਼ਿਸ਼ ਕਰਨੇ ਵਾਲਾ ਜੋ ਇੱਕ ਓੰਕਾਰ ਹੈ, ਉਹੀ ਸਾਡਾ ਸਤਿਗੁਰੂ ਹੈ। ਉਸੇ ਸਤਿਗੁਰੂ ਦੀ ਹੀ ਸਾਡੇ ਉੱਪਰ ਕਿਰਪਾ ਬਖਸ਼ਿਸ਼ ਰਹਿਮਤ ਵਰਤ ਰਹੀ ਹੈ। ਇਹ ਸਤਿਗੁਰੂ ਜੀ ਜੋ ਸੰਸਾਰ ਵਿੱਚ ਮਾਇਆ ਦਾ ਮੋਹ ਬਹੁਤ ਪ੍ਰਬਲ ਹੈ, ਇਸ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ। ਤਦ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਅਤੇ ਜਗਿਆਸੂ ਮੁਖ ਦੁਆਰਾ ਬੇਨਤੀ ਰੂਪ ਦੇ ਵਿੱਚ ਕਥਨ ਕਰਦੇ ਨੇ ਕਿ ਹੇ ਮਹਾਰਾਜ, ਜੋ ਕੁਝ ਵੀ ਪਦਾਰਥ ਇਹਨਾਂ ਸਤੂਲ ਅੱਖਾਂ ਨਾਲ ਦ੍ਰਿਸ਼ਟੀ ਵਿੱਚ ਆ ਰਿਹਾ ਹੈ, ਉਸ ਨਾਲ ਹੀ ਸਾਡਾ ਮੋਹ ਸਨੇਹ ਲੱਗਾ ਹੋਇਆ ਹੈ। ਪ੍ਰਭ ਅਵਿਨਾਸੀ ਤੋਹੇ, ਇਹ ਨਾਸ਼ ਤੋਂ ਰਹਿਤ ਪਰਮੇਸ਼ਰ, ਫਿਰ ਤੇਰੇ ਨਾਲ ਅਸੀਂ ਕਿਸ ਪ੍ਰਕਾਰ ਮਿਲ ਸਕੀਏ। ਕਿਰਪਾ ਮੋਹਿ ਮਾਰਗ ਪਾਵਹੁ, ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਭਗਤੀ ਸਹਿਤ ਗਿਆਨ ਦੇ ਰਸਤੇ ਪਾਉਣਾ ਕਰੋ ਜੀ। ਆਦ ਸੰਗਤ ਕੈ ਅੰਚਲ ਲਾਵਹੁ, ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਪੱਲੇ ਲੜਦੇ ਨਾ ਲਾਉਣਾ ਕਰੋ। ਦਰਿਆ ਵਿਖਿਆ ਸੰਸਾਰ, ਇਸ ਜ਼ਹਿਰ ਰੂਪੀ ਸੰਸਾਰ ਜਗਤ ਜਾਂ ਪ੍ਰਣਵ ਭਾਵ ਨੂੰ ਪ੍ਰਾਪਤ ਹੋ ਜਾਣ ਵਾਲੇ ਸੰਸਾਰ ਅਤੇ ਮਾਇਆ ਦੇ ਮੋਹ ਤੋਂ ਕਿਸ ਪ੍ਰਕਾਰ ਤਰਨਾ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਰ ਦਿੰਦੇ ਨੇ, ਗੁਰ ਬੋਹਿਥ ਸਤਿਗੁਰ, ਸਤਿਗੁਰ ਬੋਹਿਥ ਪਾਵੈ ਪਾਰ। ਸਤਿਗੁਰੂ ਸਾਹਿਬ ਜੀ ਜਹਾਜ਼ ਰੂਪ ਹਨ ਜਾਂ ਸਤਿਗੁਰਾਂ ਪਾਸ ਨਾਮ ਰੂਪ ਜਹਾਜ਼ ਹੈ, ਜਿਸ ਵਿੱਚ ਭਾਣਾ ਮੰਨਣ ਵਾਲੇ ਜਗਿਆਸੂ ਨੂੰ ਚਾੜ ਕੇ ਪਾਰ ਮੁਕਤੀ ਰੂਪ ਕਿਨਾਰੇ ਉੱਪਰ ਪਾ ਦਿੰਦੇ ਨੇ, ਭਾਵ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਪਵਨ ਚੁਲਾਰੇ ਮਾਇਆ ਦੇ, ਜਿਵੇਂ ਪੱਖਾ ਚੱਲਦਾ ਹੈ ਤੇ ਹਵਾ ਆਉਂਦੀ ਹੈ ਤੇ ਬੜਾ ਸੁੱਖ ਮਿਲਦਾ ਹੈ। ਸਮੁੰਦਰ ਦੇ ਵਿੱਚ ਹਵਾ ਚੱਲਦੀ ਹੈ ਤਾਂ ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਨੇ, ਲਹਿਰਾਂ ਝਕੋਲੇ ਹੁਲਾਰੇ ਲੈਂਦੀਆਂ ਨੇ। ਇੰਝ ਜੋ ਮਾਇਆ ਰੂਪ ਹਵਾ ਹੈ, ਇਹ ਸੰਸਾਰ ਰੂਪ ਸਮੁੰਦਰ ਵਿੱਚ ਆਸਾ ਤ੍ਰਿਸ਼ਨਾ ਵਾਸ਼ਨਾ ਆਦਿਕ ਦੇ ਹੁਲਾਰੇ ਦਿੰਦੀ ਰਹਿੰਦੀ ਹੈ। ਇੰਝ ਬੰਦੇ ਨੂੰ ਸੁੱਖ ਮਿਲਦਾ ਜਿਵੇਂ ਪੱਖੇ ਦੀ ਹਵਾ ਏਸੀ ਕੂਲਰ ਦੀ ਹਵਾ ਦੇ ਨਾਲ ਸੁੱਖ ਮਹਿਸੂਸ ਕਰਦਾ ਹੈ, ਪਰ ਉਹ ਬਾਹਰੀ ਹਵਾ ਹੁੰਦੀ ਹੈ, ਅੰਦਰਲੀ ਤਪਸ਼ ਨਹੀਂ ਦੂਰ ਹੁੰਦੀ। ਇੰਝ ਇਹ ਸੁੱਖ ਖਿਨ ਭੰਗਰ ਹੈ। ਭਗਤ ਸਦਾ ਥਿਰ ਸੇ, ਪਰੰਤੂ ਜੋ ਹਰੀ ਦੇ ਭਗਤ ਭਗਤੀ ਕਰਨ ਵਾਲੇ ਸੇਵਕ ਨੇ, ਉਹ ਹਮੇਸ਼ਾ ਅਸਥਿਤ ਰਹਿੰਦੇ ਹਨ। ਹਰਖ ਸੋਗਤੇ ਰਹਾਏ ਨਿਰਾਰਾ, ਉਹ ਖੁਸ਼ੀ ਅਤੇ ਗਮ ਤੋਂ ਨਿਆਰੇ ਰਹਿੰਦੇ ਨੇ, ਭਾਵ ਪਦਾਰਥਾਂ ਦੇ ਆਏ ਤੋਂ ਖੁਸ਼ ਤੇ ਗਏ ਤੋਂ ਗਮੀ ਦੇ ਸਹਿਤ ਨਹੀਂ ਹੁੰਦੇ। ਸ੍ਰੀ ਉਪਰ ਆਪ ਗੁਰੂ ਰਖਵਾਰਾ, ਉਹਨਾਂ ਦੇ ਸਿਰ ਤੇ ਗੁਰੂ ਆਪ ਰੱਖਿਆ ਕਰਨ ਵਾਲਾ ਹੁੰਦਾ, ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜਿਹਦੇ ਸਿਰ ਉੱਪਰ ਹੀ ਮਾਲਕਾ ਤੂੰ ਖੁਦ ਆਪ ਹੈ, ਉਹ ਕਿਵੇਂ ਦੁੱਖ ਪਾ ਸਕਦਾ ਹੈ। ਪਾਇਆ ਵੇੜ ਮਾਇਆ ਸਰਬ ਭੁਯੰਗਾ, ਮਾਇਆ ਰੂਪੀ ਸਪਨੀ ਨੇ ਸਭ ਜੀਵਾਂ ਨੂੰ ਤਿੰਨਾਂ ਗੁਣਾ ਰੂਪ ਮੋਹ ਭੂਤ ਭਵਿੱਖ ਵਰਤਮਾਨ ਕਾਲ ਰੂਪ ਘੇਰਾ ਪਾਇਆ ਹੋਇਆ ਹੈ। ਹਉਮੈ ਪਚੀ
ਦੀਪਕ ਦੇਖ ਪਤੰਗਾ। ਜਿਵੇਂ ਦੀਵੇ ਨੂੰ ਵੇਖ ਕੇ ਪਰਵਾਨਾ ਸੜ ਜਾਂਦਾ, ਇਉਂ ਜੀਵ ਮਾਇਆ ਦੇ ਮੋਹ ਕਰਕੇ ਅੰਗਤਾ ਮਮਤਾ ਵਿੱਚ ਹੀ ਪਏ ਸੜ ਰਹੇ ਹਨ। ਸਾਗਲ ਸਿਗਾਰ ਕਰੇ ਨਹੀਂ ਪਾਵੈ। ਮਾਇਆ ਵਿੱਚ ਗਰਸੇ ਜੀਵ ਭਾਵੇਂ ਯੋਗਾ ਅਭਿਆਸ ਸਾਧਨਾ ਆਦਿਕ ਦੇ ਸਾਰੇ ਸਜਾਵਟ ਸ਼ਿੰਗਾਰ ਵੀ ਕਰ ਲੈਣ ਤਾਂ ਵੀ ਪਰਮੇਸ਼ਰ ਨੂੰ ਉਹ ਪਾ ਨਹੀਂ ਸਕਦੇ। ਜਾ ਹੋਏ ਕਿਰਪਾਲ ਤਾ ਗੁਰੂ ਮਿਲਾਵੈ। ਜੇ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਪਰਮੇਸ਼ਰ ਆਪ ਕਿਰਪਾਲੂ ਦਿਆਲੂ ਹੋ ਜਾਏ ਤਾਂ ਗੁਰੂ ਦੇ ਨਾਲ ਮਿਲਾ ਦਿੰਦਾ ਤੇ ਗੁਰੂ ਕਿਰਪਾਲੂ ਹੋ ਕੇ ਹਰੀ ਨਾਲ ਮੇਲ ਦਿੰਦਾ ਹੈ। ਫਿਰਾ ਉਦਾਸੀ ਉਹਦੇ ਦਰਸ਼ਨਾਂ ਲਈ ਮੈਂ ਵੀ ਉਪਰਾਮ ਹੋਈ ਫਿਰਦੀ ਹਾਂ, ਜਾਂ ਮੇਰੇ ਚਿੱਤ ਦੀ ਬਿਰਤੀ ਉਪਰਾਮਦਾ ਦੇ ਸਹਿਤ ਹੋਈ ਫਿਰਦੀ ਹੈ। ਮੈਂ ਇੱਕ ਰਤਨ ਦਸਾਇਆ। ਮੈਂ ਗੁਰੂ ਕੋਲੋਂ ਇੱਕ ਨਾਮ ਰੂਪ ਰਤਨ ਪੁੱਛਦੀ ਹਾਂ, ਜਾਂ ਮੈਨੂੰ ਇੱਕ ਦੱਸ ਪਈ ਹੈ ਕਿ ਇੱਕ ਬ੍ਰਹਮ ਗਿਆਨ ਨਾਮ ਰੂਪ ਰਤਨ ਗੁਰੂ ਦੇ ਕੋਲੋਂ ਮਿਲਦਾ ਹੈ। ਜਰ ਮੂਲ ਕਹੀਰਾ ਮਿਲੈ ਨਾ ਉਪਾਇਆ। ਪਰ ਇਹ ਨਾਮ ਰੂਪ ਅਮੋਲਕ ਹੀਰਾ ਕਿਸੇ ਸਾਧਨ ਆਦਿਕ ਦੇ ਯਤਨ ਕਰਨ ਦੇ ਨਾਲ ਨਹੀਂ ਮਿਲਦਾ। ਹਰ ਕਾ ਮੰਦਰ ਤਿਸ ਮਹਿ ਲਾਲ। ਗੁਰੂ ਸਾਹਿਬ ਜੀ ਦੱਸਦੇ ਨੇ ਕਿ ਜੋ ਹਰੀ ਪਰਮੇਸ਼ਰ ਦਾ ਘਰ, ਇਹ ਮੰਦਰ ਸਾਧ ਸੰਗਤ ਬਣਿਆ ਹੋਇਆ ਹੈ। ਇਹਦੇ ਵਿੱਚ ਸੋ ਜਿਹੜਾ ਲਾਲ ਵਾਹਿਗੁਰੂ ਦਾ ਪਿਆਰਾ ਨਾਮ ਹੈ ਉਹ ਮਿਲਦਾ ਪ੍ਰਾਪਤ ਹੁੰਦਾ ਹੈ, ਜਾਂ ਪਰਮੇਸ਼ਰ ਦਾ ਪ੍ਰੇਮ ਮਿਲਦਾ ਹੈ। ਇਸੇ ਪ੍ਰਕਾਰ ਹਰ ਕਾ ਮੰਦਰ ਤਿਸ ਮਹਿ ਲਾਲ। ਅੰਤਕਰਨ ਰੂਪੀ ਹਰੀ ਦਾ ਮੰਦਰ ਹੈ, ਤਿਸ ਵਿੱਚ ਲਾਲ ਦੀ ਤਰ੍ਹਾਂ ਬੇਕੀਮਤਾ ਬ੍ਰਹਮ ਵਸ ਰਿਹਾ ਹੈ। ਇਸੇ ਪ੍ਰਕਾਰ ਹਰ ਕਾ ਮੰਦਰ ਤਿਸ ਮਹਿ ਲਾਲ। ਦਸਮ ਦੁਆਰ ਰੂਪ ਹਰੀ ਦਾ ਮੰਦਰ ਹੈ, ਤਿਸ ਵਿੱਚ ਲਾਲ ਦੀ ਤਰ੍ਹਾਂ ਚੇਤਨ ਦੀ ਲਾਟ ਚਮਕਦੀ ਹੈ। ਇਸੇ ਪ੍ਰਕਾਰ ਹਰ ਕਾ ਮੰਦਰ ਤਿਸ ਮਹਿ ਲਾਲ। ਇਹ ਮਨੁੱਖਾ ਸਰੀਰ ਹੀ ਹਰੀ ਦਾ ਮੰਦਰ ਹੈ। ਹਰ ਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ। ਗੁਰੂ ਸਾਹਿਬਾਂ ਦਾ ਬਚਨ ਹੈ ਕਿ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹਰੀ ਦੇ ਰਹਿਣ ਦਾ ਜਿਹੜਾ ਘਰ ਹੈ ਉਹ ਸਾਡਾ ਸਰੀਰ ਹੈ। ਇਹ ਸਾਰਾ ਜਗਤ ਉਹਦੀ ਕੋਠੜੀ ਹੈ। ਇਹ ਸਰੀਰ ਦੇ ਵਿੱਚ ਜਗਤ ਦੇ ਵਿੱਚ ਉਹਦਾ ਵਾਸਾ ਹੈ। ਇਹਦੇ ਵਿੱਚ ਲਾਲ ਦੀ ਤਰ੍ਹਾਂ ਸਾਰਿਆਂ ਦਾ ਅਧਿਸ਼ਠਾਨ ਰੂਪ ਜੋਤੀ ਸਰੂਪ ਪਰਮੇਸ਼ਰ ਆਪ ਵਿਰਾਜਮਾਨ ਹੋ ਰਿਹਾ ਹੈ। ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ। ਜਦ ਗੁਰਾਂ ਨੇ ਆਸਾ ਅੰਦੇਸ਼ਾ ਪੰਜਾਂ ਕੋਸ਼ਾਂ ਰੂਪੀ ਪਰਦਾ ਖੋਲ ਦਿੱਤਾ ਤਾਂ ਉਸ ਵੇਲੇ ਪਰਮੇਸ਼ਰ ਦੇ ਦਰਸ਼ਨ ਵੇਖ ਕੇ ਮੇਰੀ ਬਿਰਤੀ ਆਨੰਦ ਪ੍ਰਸੰਨ ਹੋ ਗਈ ਹੈ। ਜਿਨ ਚਾਖਿਆ ਤਿਸ ਆਇਆ ਸਾਧ। ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਚਖਿਆ ਭਾਵ ਧਾਰਨ ਕੀਤਾ ਉਹਨੂੰ ਹੀ ਇਹ ਸਵਾਦ ਆ ਕੇ ਪ੍ਰਾਪਤ ਹੋਇਆ ਹੈ। ਜਿਉ ਗੂੰਗਾ ਮਨ ਮਹਿ ਬਿਸਮਾਦ। ਜਿਵੇਂ ਗੂੰਗਾ ਬੋਲਣ ਤੋਂ ਸਮਰੱਥ ਪੁਰਖ ਮਠਿਆਈ ਆਦਿਕ ਸਵਾਦਿਸ਼ਟ ਪਦਾਰਥ ਖਾ ਕੇ ਆਪਣੇ ਮਨ ਹੀ ਮਨ ਹਿਰਦੇ ਵਿੱਚ ਆਸ਼ਚਰਜ ਹੁੰਦਾ ਰਹਿੰਦਾ ਹੈ, ਭਾਵ ਕਿਸੇ ਨੂੰ ਦੱਸ ਨਹੀਂ ਸਕਦਾ ਕਿਉਂਕਿ ਉਹ ਬੋਲ ਨਹੀਂ ਸਕਦਾ, ਉਹ ਖੁਦ ਆਪ ਹੀ ਜਾਣਦਾ। ਇਉਂ ਸ਼ਬਦ ਦੇ ਰਸ ਨੂੰ ਚੱਕ ਕੇ ਸਮਾਧ ਅਵਸਥਾ ਵਿੱਚ ਪਹੁੰਚ ਜਾਂਦਾ ਤੇ ਕਿਸੇ ਨੂੰ ਅਕਹਿ ਅਵਸਥਾ ਬਾਰੇ ਕੁਝ ਕਥਨ ਕਰਕੇ ਨਹੀਂ ਕਹਿ ਸਕਦਾ। ਆਨੰਦ ਰੂਪ ਸਭ ਨਦਰੀ ਆਇਆ। ਫਿਰ ਉਹ ਆਨੰਦ ਸਰੂਪ ਪਰਮੇਸ਼ਰ ਹੀ ਸਾਰਿਆਂ ਵਿੱਚ ਵਿਆਪਕ ਨਦਰੀ ਦ੍ਰਿਸ਼ਟੀ ਵਿੱਚ ਆ ਜਾਂਦਾ ਹੈ। ਜਨ ਨਾਨਕ ਹਰ ਗੁਣ ਆਖ ਸਮਾਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਜਨਦਾਸ ਹਰੀ ਪਰਮੇਸ਼ਰ ਦੇ ਗੁਣ ਕਥਨ ਕਰਕੇ
ਉਹਦੇ ਸਰੂਪ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਬਿਲਾਵਲ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਬਖਸ਼ਦੇ ਨੇ। ਸਰਬ ਕਲਿਆਣ ਕੀਏ ਗੁਰਦੇਵਾ। ਇਹ ਭਾਈ ਪੂਜਨੇ ਗੁਰੂ ਸਾਹਿਬ ਜੀ ਨੇ ਸਾਰੇ ਸੁੱਖ ਸਾਨੂੰ ਦੇਣਾ ਕੀਤੇ ਹਨ। ਜਾਂ ਕਲਿਆਣ ਨਾਮ ਹੈ ਮੁਕਤੀਆਂ ਦਾ। ਸ਼ਲੋਕ ਮੁਕਤੀ ਮਰਿਆਂ ਤੋਂ ਬਾਅਦ ਤੱਕ ਇਹਨੇ ਵੇਖੀ ਹੈ। ਹੁਣ ਤਾਂ ਆਪਾਂ ਗੁਰਦੁਆਰੇ ਬੈਠੇ ਹੋਏ ਹਾਂ। ਇਹ ਗੁਰੂ ਸਾਹਿਬ ਦਾ ਲੋਕ ਹੈ ਜੋ ਸੰਗਤ ਹੈ। ਇਹ ਵੀ ਇੱਕ ਮੁਕਤੀ ਹੈ ਜੋ ਜਿੱਥੇ ਸਾਹਿਬਾਂ ਦਾ ਪ੍ਰਕਾਸ਼ ਹੈ ਉੱਥੇ ਸਾਨੂੰ ਬੈਠਣ ਦੀ ਜਗ੍ਹਾ ਮਿਲੀ ਹੈ ਗੁਰੂ ਸਾਹਿਬ ਦੇ ਲੋਕ ਵਿੱਚ। ਤੇ ਦੂਜੀ ਹੈ ਸਰੂਪ ਮੁਕਤੀ। ਸਰੂਪ ਵੀ ਮਹਾਰਾਜ ਨੇ ਸਾਨੂੰ ਆਪਣਾ ਬਖਸ਼ਿਸ਼ ਕਰ ਦਿੱਤਾ। ਜਿਸ ਤਰ੍ਹਾਂ ਦਾ ਗੁਰੂ ਗੋਬਿੰਦ ਸਿੰਘ ਦੇ ਦਾੜਾ ਹੈ ਉਸੇ ਤਰ੍ਹਾਂ ਦਾ ਸਾਡੇ ਵੀ ਹੈ। ਜਿਸ ਤਰ੍ਹਾਂ ਮਹਾਰਾਜ ਦਾ ਦਸਤਾਰਾ ਉਸੇ ਤਰ੍ਹਾਂ ਸਾਨੂੰ ਵੀ ਬਖਸ਼ਤਾ। 5 ਕਕਾਰ ਜਿਵੇਂ ਸਾਹਿਬਾਂ ਨੇ ਧਾਰੇ ਨੇ ਸਾਨੂੰ ਵੀ ਪਹਿਨਾ ਦਿੱਤੇ। ਔਰ ਬਚਨ ਕਰ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ। ਇਹ ਸਰੂਪ ਮੁਕਤੀ ਦੇ ਦਿੱਤੀ। ਸਮੀਪ ਬਿਲਕੁਲ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਮਹਾਰਾਜ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠ ਜਾਣਾ। ਸਮੀਪ ਮੁਕਤੀ ਪਾਠੀ ਸਿੰਘਾਂ ਦੀ ਸਮੀਪ ਮੁਕਤੀ ਹੋਈ ਆ। ਦੁਨੀਆ ਚਾਹੁੰਦੀ ਹੈ ਵੀ ਮੱਥਾ ਟੇਕਣ ਆਈਏ, ਲੋਕਾਂ ਨੂੰ ਟਾਈਮ ਨਹੀਂ ਲੱਗਦਾ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ। ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਹਨੂੰ ਮਹਾਰਾਜ ਨੇ ਆਪ ਦੀ ਨੇੜਤਾ ਬਖਸ਼ੀ ਹੈ। ਉਂਝ ਸਾਨੂੰ ਪਤਾ ਨਹੀਂ ਲੱਗਦਾ, ਪਰ ਜਦੋਂ ਟਾਈਮ ਟੇਬਲ ਟੁੱਟ ਜੇ ਫਿਰ ਦਿਲ ਘਬਰਾਉਂਦਾ ਹੈ। ਸਾਯੁਜ ਮੁਕਤੀ ਮਹਾਰਾਜ ਦੇ ਸ਼ਬਦ ਦਾ ਅਭਿਆਸ ਕਰਕੇ ਸੋ ਬਾਣੀ ਦਾ ਰੂਪ ਹੋ ਜਾਣਾ। ਇਸ ਤਰੀਕੇ ਨਾਲ ਇਹ ਬੈਕੁੰਠ ਦੀਆਂ 4 ਮੁਕਤੀਆਂ ਨੇ। ਤੇ ਜੀਵਨ ਮੁਕਤੀ ਜਿਉਂਦਿਆਂ ਹੀ ਬ੍ਰਹਮ ਗਿਆਨ ਦੀ ਅਵਸਥਾ ਸਰੀਰ ਤੋਂ ਪਰੇ ਹੋ ਜਾਣਾ। ਜਿਵੇਂ ਧੰਨ ਬਾਬਾ ਦੀਪ ਸਿੰਘ ਸਾਹਿਬ, ਭਾਈ ਮਣੀ ਸਿੰਘ ਸਾਹਿਬ, ਭਾਈ ਮਤੀ ਦਾਸ ਨੂੰ ਮਹਾਰਾਜ ਨੇ ਬਦੇਹ ਮੁਕਤ ਦੀ ਦਾਤ ਦੇਣਾ ਕੀਤੀ। ਸ਼ਹੀਦੀਆਂ ਪਾਈਆਂ ਤੇ ਉਹਨਾਂ ਦੇਹ ਤੋਂ ਮੁਕਤ ਹੋ ਕੇ ਚੋਜ ਵਰਤਾਏ ਹਨ। ਬਿਗਨ ਨਾ ਸੇਵਕ ਆਪਣੀ ਲਾਇਓ ਸੇਵ। ਕਲਿਆਣ ਨਾਮ ਸੁੱਖ ਦਾ ਵੀ ਹੈ। ਗੁਰੂ ਸਾਹਿਬਾਂ ਨੇ ਸਾਨੂੰ ਸਾਰੇ ਸੁੱਖ ਦੇ ਦਿੱਤੇ। ਕਲਿਆਣ ਨਾਮ ਮੁਕਤੀਆਂ ਦਾ ਵੀ ਹੈ। ਸਾਰੀਆਂ ਮੁਕਤੀਆਂ ਸਾਨੂੰ ਬਖਸ਼ ਦਿੱਤੀਆਂ। ਜਿਸ ਦਾਸ ਨੂੰ ਗੁਰੂ ਜੀ ਨੇ ਆਪ ਦੀ ਭਗਤੀ ਰੂਪ ਸੇਵਾ ਟਹਿਲ 'ਚ ਜਾਂ ਨਾਮ ਜਪਣ ਦੇ ਜਪੋਂ ਰੂਪ ਸੇਵਾ ਵਿੱਚ ਲਾਉਣਾ ਕੀਤਾ ਹੈ। ਬਿਗਨ ਨਾ ਲਾਗੈ ਜਪ ਲਖ ਭੇਵ। ਅਸ਼ੁੱਧ ਮਨ ਕਰਕੇ ਜੋ ਲਖਣ ਤੋਂ ਰਹਿਤ ਤੇ ਗੁਰ ਉਪਦੇਸ਼ ਤੋਂ ਬਿਨਾਂ ਭੇਦ ਰਹਿਤ ਵਾਹਿਗੁਰੂ ਹੈ, ਉਹਨੂੰ ਜਪਣ ਕਰਕੇ ਉਹਨੂੰ ਰਾਗ ਦੁਆਇ ਖਾਦਕ ਰੁਕਾਵਟ ਨਹੀਂ ਲੱਗਦੀ ਜਿਹੜਾ ਜਪਦਾ। ਜਾਂ ਪਰਮਾਰਥ ਵੱਲ ਚੱਲਣ ਲਈ ਕੋਈ ਰੁਕਾਵਟ ਨਹੀਂ ਪੈਂਦੀ ਹੈ। ਪੁਨੀਤ ਭਈ ਗੁਣ ਗਾਏ। ਉਹ ਪ੍ਰਤੱਖ ਧਰਤੀ ਵੀ ਪਵਿੱਤਰ ਹੋ ਗਈ। ਬੁੱਧੀ ਰੂਪ ਧਰਤੀ ਵੀ ਉਜਲ ਹੋ ਗਈ ਜਿੱਥੇ ਸਥਿਤ ਹੋ ਕੇ ਪਰਮੇਸ਼ਰ ਦੇ ਗੁਣ ਗਾਏ ਹਨ। ਦੁਰਤ ਗਾਇਆ ਹਰ ਨਾਮ ਧਿਆਏ। ਹਰੀ ਪਰਮੇਸ਼ਰ ਦਾ ਨਾਮ ਧਿਆਉਣ ਕਰਕੇ ਸਭ ਪਾਪ ਕਰਮ ਨਿਵਰਤ ਹੋ ਜਾਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਭਨੀ ਥਾਈ ਰਵਿਆ ਆਪ। ਸਾਰੀਆਂ ਥਾਵਾਂ 'ਚ ਪਰਮੇਸ਼ਰ ਆਪ ਹੀ ਵਿਆਪਕ ਹੋ ਰਿਹਾ ਮਿਲਿਆ ਹੋਇਆ ਹੈ। ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਉਹ ਹੋਵੇ ਨਾ। ਆਦਿ ਜੁਗਾਦ ਜਾ ਕਾ ਵੱਡ ਪ੍ਰਤਾਪ। ਮੁੱਢ 'ਚ ਤੇ ਯੋਗ ਆਦਿਕਾਂ 'ਚ ਜਾਂ ਸਦਾ ਸਦਾ ਜਿਸ ਪਰਮੇਸ਼ਰ ਦਾ ਵੱਡਾ ਤੇਜ ਪ੍ਰਭਾਵ ਵੱਡੀ ਮਹਾਨਤਾ ਹੈ। ਗੁਰ ਪ੍ਰਸਾਦ ਨਾ ਹੋਏ ਸੰਤਾਪ। ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਕੋਈ ਦੁੱਖ ਜਾਂ ਭਲੀ ਪ੍ਰਕਾਰ ਤਪਣਾ ਨਹੀਂ ਹੁੰਦਾ ਹੈ। ਗੁਰ ਕੇ ਚਰਨ ਲੱਗੇ ਮਨ ਮੀਠੇ। ਗੁਰਮੁਖ ਜਨਾਂ ਨੂੰ ਗੁਰੂ ਸਾਹਿਬ ਜੀ ਦੇ ਚਰਨ ਕਮਲ
ਹਿਰਦੇ ਵਿੱਚ ਮਿੱਠੇ ਪਿਆਰੇ ਲੱਗੇ ਹਨ। ਫਿਰ ਬਿਗਨ ਹੋਏ ਸਭ ਥਾਈ ਉਠੇ, ਉਹ ਸਭ ਵਿਘਨਾਂ ਤੋਂ ਰਹਿਤ ਹੋ ਜਾਂਦੇ ਅਤੇ ਸਾਰੇ ਥਾਵਾਂ ਦੇ ਵਿੱਚ ਵਸਣ ਵਾਲੇ ਬਣ ਜਾਂਦੇ ਹਨ। ਸਭ ਸੁਖ ਪਾਏ ਸਤਿਗੁਰ ਤੂਠੇ, ਸਤਿਗੁਰੂ ਸਾਹਿਬ ਜੀ ਦੇ ਪ੍ਰਸੰਨ ਹੋਣ ਕਰਕੇ ਗੁਰਮੁਖਾਂ ਨੇ ਸਾਰੇ ਸੁਖ ਆਨੰਦ ਪਾ ਲਏ ਹਨ। ਔਰ ਬ੍ਰਹਮ ਪ੍ਰਭ ਭਏ ਰਖਵਾਲੇ, ਜਦ ਪੁੰਨਾਂ ਦੇ ਪਾਪਾਂ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਜੀ ਰੱਖਿਆ ਕਰਨ ਵਾਲੇ ਹੋਏ। ਕਿਥਾ ਕਿਥਾ ਦਿਸਹਿ ਨਾਲੇ, ਤਦੋਂ ਜਿੱਥੇ ਕਿਤੇ ਭਾਵ ਸਭ ਜਗ੍ਹਾ ਪ੍ਰਭੂ ਜੀ ਨਾਲ ਹੀ ਦਿਖਦੇ ਹਨ। ਜੈ ਜੈ ਪੇਕੋ ਤੈ ਹਜੂਰ, ਦੂਰ ਕਤੋ ਹੋ ਨ ਜਾਈ। ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਨਾਨਕ ਦਾਸ ਖਾਸਮ ਪ੍ਰਤਪਾਲੇ, ਸੋ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਖਸਮ ਮਾਲਕ ਪਰਮੇਸ਼ਰ ਆਪ ਹੀ ਆਪਣੇ ਸੇਵਕਾਂ ਦੀ ਪਾਲਣਾ ਕਰਦਾ ਹੈ, ਰੱਖਿਆ ਵੀ ਕਰਦਾ ਹੈ ਤੇ ਪਾਲਣਾ ਵੀ ਕਰਦਾ ਹੈ। ਜਿੱਥੇ ਕਿਤੇ ਜੇ ਜਾਈਏ ਤਾਂ ਸੁਹੇਲੇ ਨਾਲ ਮਦਦਗਾਰ ਦਿਖਦਾ ਹੈ। ਆਪਣੇ ਸੇਵਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠ ਧਾਵੈ। ਸੇਵਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਬਿਲਾਵਲ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਹੇ ਮੇਰੇ ਪਿਆਰੇ ਪ੍ਰਮਾਤਮਾ, ਤੂੰ ਸਭ ਸੁੱਖਾਂ ਦਾ ਖਜ਼ਾਨਾ ਹੈ। ਅਗਾਨਤ ਗੁਣ ਠਾਕੁਰ ਪ੍ਰਭ ਤੇਰੇ, ਹੇ ਸੁਆਮੀ ਪਰਮੇਸ਼ਰ, ਤੇਰੇ ਵਿੱਚ ਬੇਅੰਤ ਗੁਣ ਹਨ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਮੋਹਿ ਅਨਾਥ ਤੁਮਰੀ ਸਰਣਾਈ। ਸੋ ਹੇ ਵਾਹਿਗੁਰੂ, ਮੈਂ ਯਤੀਮ ਸੁਆਮੀ ਤੋਂ ਰਹਿਤ ਹਾਂ, ਇਸ ਲਈ ਮੈਂ ਤੈਨੂੰ ਸੁਆਮੀ ਬਣਾਇਆ। ਤੇਰੀ ਓਟ ਤੇਰੀ ਸ਼ਰਨ ਵਿੱਚ ਆਇਆ ਹਾਂ। ਕਿਰਪਾ ਹਰ ਚਰਨ ਧਿਆਈ। ਮੇਰੇ ਤੇ ਕਿਰਪਾ ਕਰ ਹੇ ਪ੍ਰਮਾਤਮਾ, ਮਿਹਰ ਕਰ, ਜਿਸ ਕਰਕੇ ਮੈਂ ਹਮੇਸ਼ਾ ਹੀ ਤੇਰੇ ਚਰਨ ਕਮਲਾਂ ਨੂੰ ਧਿਆਉਣਾ ਕਰਾਂ। ਜਾਂ ਜੋ ਚਰਨ ਸਾਰਿਆਂ ਦਾ ਅਧਿਸ਼ਠਾਨ ਰੂਪ ਨੇ, ਉਹਨਾਂ ਨੂੰ ਧਿਆਉਣਾ ਕਰਾਂ। ਦਇਆ ਕਰਹੁ ਬਸਹੁ ਮਨ ਆਈ। हे परमेश्वर, दया करो दयाल, अपनी सिफत देहो। दर्शन देख निहाल नानक प्रीत हे। दया करो किश मेहर उपावो, डुबदे पत्थर तारे। अपनी दया मेहर करो ते मेरे मन हिरदे विच आके वसना करो जी। निर्गुण लीजै लड़ लाए। मैं गुणहीना हाँ ते गुणहीन ਨੂੰ ਆਪ ਦੇ ਸ਼ਰਨ ਭਗਤੀ ਰੂਪ ਪੱਲੇ ਨਾਲ ਲਾ ਲੈਣਾ ਕਰੋ ਜੀ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਰੱਬ ਜਿਤ ਆਵੈ ਤਾ ਕੈਸੀ ਭੀੜਾ। हे ਪਰਮੇਸ਼ਰ, ਜਦ ਤੂੰ ਚੇਤੇ ਆ ਜਾਵੇਂ ਤਾਂ ਫਿਰ ਕਿਹੋ ਜਿਹੀ ਬਿਪਤਾ ਆ ਸਕਦੀ ਹੈ? ਭਾਵ ਕੋਈ ਬਿਪਤਾ ਨਹੀਂ ਆ ਸਕਦੀ। ਸੇਵਕ ਨਾਹੀ ਜਮ ਪੀੜਾ। हे ਪਰਮੇਸ਼ਰ, ਤੇਰੇ ਦਾਸਾਂ ਨੂੰ ਜਮਾਂ ਦੀ ਪੀੜਾ ਵੀ ਨਹੀਂ ਲੱਗਦੀ, ਜਮਾਨੇ ਦੀ ਪੀੜਾ ਵੀ ਨਹੀਂ ਲੱਗਦੀ। ਧਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ।
प्रभ स्यों लाग रह्यो मेरा चीत, आदि अंत प्रभ सदा सहाय, धन हमारा मीत रहा। मन बिलास भय साहिब के, अचरज देख बढ़ाई, हर सिमर सिमर आनंद कर नानक, प्रभ पूरन पैज रखाई। से गुरु साहब का प्यार आपदे सिखां दे नाल है। कोई भीड़ बने उस वक्त मदद करदा है। जिन्ना मर्जी कोई प्यारा दोस्त मित्र होवे, सका भरा भी क्यों ना होवे। हुण आपां इत्थे बैठे हाँ, भरा साडा अंमृतसर, मित्र दोस्त भी जरूरी नहीं भी जिथे सानूं लोड़ पे उत्थे हाज़र होवे। आपां नूं फोन करांगे, अगला कहूगा कि कुछ मिनटां बाद मैं आ सकदा, कोई वेला तो है नहीं जो उस वक्त आ जाए। पर वाहिगुरु ऐसा दयालु ते कृपालु है। एक ओंकार दे जो अर्थ हैं, एक दा अर्थ दा अदुੱਤੀ ब्रह्म, एक परमात्मा ते ओंकार। एक अर्थ ये भी किए जाते हैं, उचारने मात्र से रखिया करने वाला। उन्हों याद तुसी भावें बाद विच करो, रखिया लई पहले ही हाजिर खड़ा हुंदा। इन्ना मददगार है, यारां दा यार है, भरावां दा भरा है। सुन यार हमारे सज्जन, एक करो बेनंतिया। तो वो हर वक्त मदद करता है, दिन अते रात, जदों भी कोई फिर किसी भी धर्म का, जिन्हें भी अमृतधारी सिखां की सहायता करनी है, कोई भी उन्होंने सच्चे मनों याद करे, उस वक्त आन हाजिर होंदा है। सद हजूर हाजिर है नाजर, कते न भयो दुराई। सचखंड हजूर साहब का नाम हजूर ताइयों रखिया। हजूर का मतलब है नेड़े, ते हाजिर का मतलब है प्रगट, कि हाजिर हजूर हैं, कि जाहर जहूर हैं। तो इस तरह वाहिगुरु का सुभाव है, कुदरती कोई उन्होंने याद करे उहदे कोल रिहा नहीं जाता। श्री राग महला पंजवा। एक राजे ने संतां नूं सवाल किया कि जिवें मैं राजा हाँ, कोई किते लोड़ पै जाए किसी की मदद करन दी जां किसी मुहिम नूं फतेह करना होवे, ते मैं आपदे वजीर भेजदा, कोई सियाणा बंदा उहदी ड्यूटी लाउणा, फौज भी भेज दिंदा। परमात्मा एडा वड्डा प्रबंधक है, इन्ने उहदे कोल सिख सेवक देवी देवते, जदों सेवकां दी रखिया करनी हुंदी ते आप ही क्यों आउंदा, किसी आपदे सेवक नूं भेज दिया करें। महापुर कहंदे भी इस गल का जवाब किते मौका बनिया फिर तैनूं देवांगे, दवांगे जरूर। कुछ दिन गुजर गए, राजा भुल भुल गया। संतां ने कह के एक सरोवर के किनारे ते सभा लवाई। जब पूरी सभा खचाखच भर गई, राजे के महलों की एक खास गोली महापुरखा ने उन्होंने थोड़ी बहुती माया की सेवा करके सिखा दिता कि आ साडा काम तू करना है। वो राजे के बच्चे नूं खिडाउंदी हुंदी सी। राजे नूं पता सी भी ये मेरे बच्चे की खिडावी है, पर संतां ने उन्होंने एक लकड़ का बुत बना के बच्चे के आकार का उन्होंने कपड़े च लपेट के दे दिता कि तू भरी सभा च इनू लैके आना है। जदों लैके आई तो महापुरख उठ के खड़े हो गए, बच्चे नू उन्होंने गोदी में चुक लिया। राजा बड़ा खुश होया कि वेखो इकलौता पुत्र सीगा, महापुरखा ने इनू आशीर्वाद दिता, ये धन भागा वाला, मवी धन है जिहदे बच्चे नू महापुरख खिडा रहे ने। अजे इन्ना सोच ही रहा सी कि उहदे वेखदियां वेखदियां बच्चा वगाह मारिया संतां ने सरोवर च। राजा एकदम घबरा गया, उहदे पैरों हेठों जमीन निकल गई भी आ की होया। कहना संत जी महापुरखो ये की कीता तुसी, मेरा बच्चा तुसी सरोवर सुट्टता।
ਉਹਨੂੰ ਕੁਝ ਨਹੀਂ ਸੁਝਿਆ, ਕੱਪੜੇ ਵੀ ਨਹੀਂ ਲਾਏ, ਜੁੱਤੀ ਵੀ ਨਹੀਂ ਲਾਈ, ਸਭ ਕੁਝ ਹੀ ਸਮੇਤ ਉਹਨੇ ਮਗਰੀ ਸਰੋਵਰ 'ਚ ਛਾਲ ਮਾਰ ਦਿੱਤੀ। ਟੋਭਾ ਲਾ ਕੇ ਤੇ ਜਦ ਉਹਨੇ ਬੱਚੇ ਨੂੰ ਫੜਿਆ ਤੇ ਕੱਪੜੇ ਕੁਪੜੇ ਤੇ ਉਹੀ ਉਹਦੇ ਪਾਣੀ ਦੇ ਵਿੱਚ ਇੱਧਰ ਉੱਧਰ ਹੋ ਗਏ। ਉਹ ਲੱਕੜ ਦਾ ਬੁੱਤ ਨੰਗਾ ਉਹਦੇ ਹੱਥ ਵਿੱਚ ਆ ਗਿਆ, ਪੈਰ ਫੜ ਕੇ ਜਦ ਉਹਨੇ ਵੇਖਿਆ ਵੀ ਇਹ ਤਾਂ ਲੱਕੜ ਹੈ, ਬੜਾ ਸ਼ਰਮਿੰਦਾ ਹੋਇਆ। ਮਹਾਂਪੁਰਖ ਖੜੋਤੇ ਹੱਸੀ ਜਾਣ, ਕਹਿੰਦੇ ਕੋਈ ਨਹੀਂ ਲੈ ਆ। ਕਹਿੰਦੇ ਜੀ ਤੁਸੀਂ ਮੇਰੇ ਨਾਲ ਮਖੌਲ ਕੀਤਾ, ਮੈਂ ਤਾਂ ਘਬਰਾ ਹੀ ਗਿਆ ਵੀ ਸੱਚਮੁੱਚ ਹੀ ਮੇਰਾ ਬੱਚਾ ਤੁਸੀਂ ਸਰੋਵਰ ਸੁੱਟਤਾ, ਇਹ ਕੀ ਤੁਸੀਂ ਕੀਤਾ? ਕਹਿੰਦੇ ਤੈਨੂੰ ਤੇਰੇ ਸਵਾਲ ਦਾ ਉੱਤਰ ਦਿੱਤਾ, ਹੁਣ ਤੂੰ ਮੈਨੂੰ ਦੱਸ ਵੀ ਇੰਨੀ ਫੌਜ ਤੇਰੀ ਖੜੀ ਹੈ, ਇੰਨੇ ਪਹਿਰੇਦਾਰ ਨੇ, ਇੰਨੇ ਤੇਰੇ ਵਜ਼ੀਰ ਨੇ, ਇੰਨੇ ਬੰਦੇ ਨੇ, ਤੂੰ ਕਿਸੇ ਨੂੰ ਹੁਕਮ ਕਿਉਂ ਨਹੀਂ ਕੀਤਾ ਕਿ ਮੇਰੇ ਬੱਚੇ ਨੂੰ ਪਾਣੀ ਵਿੱਚੋਂ ਕੱਢ ਕੇ ਲੈ ਕੇ ਆਓ? ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਮੈਂ ਕਿਉਂ ਘਬਰਾ ਗਿਆ, ਇੱਕਦਮ ਹੀ ਮੈਨੂੰ ਸਭ ਕੁਝ ਹੀ ਭੁੱਲ ਗਿਆ। ਇਹ ਬੱਚੇ ਨਾਲ ਮੇਰਾ ਪਿਆਰ ਹੀ ਇੰਨਾ ਸੀ, ਮੈਨੂੰ ਚੇਤਾ ਹੀ ਨਹੀਂ ਰਿਹਾ ਕਿਸੇ ਨੂੰ ਹੁਕਮ ਕਰਨ ਦਾ। ਕਿਸੇ ਨੂੰ ਹੁਕਮ ਕਰਾਂਗੀ ਅਗਲਾ 100 ਸੋਚਾਂ ਸੋਚੂਗਾ। ਜਿੰਨੇ ਟਾਈਮ ਨੂੰ ਕਹਿਣਾ ਮੈਂ ਤਾਂ ਹਿਸਾਬ ਲਾਇਆ, ਜਿਹੜਾ ਆਪਦੇ ਹੱਥੀਂ ਤੁਸੀਂ ਕੰਮ ਕਰ ਲੈਣਾ, ਮੰਨ ਲਓ ਘਰ ਦੀਆਂ ਰੋਟੀਆਂ ਪਕਾਉਣੀਆਂ ਨੇ, ਭਾਂਡੇ ਹੀ ਮਾਂਜਣੇ ਨੇ, ਕੱਪੜੇ ਹੀ ਧੋਣੇ ਨੇ, ਪ੍ਰੈਸ ਕਰਨੇ ਨੇ, ਕੋਈ ਵੀ ਕੰਮ ਹੈ ਕਿਤੇ ਦਾ ਵੀ ਹੈ, ਮੈਂ ਤਾਂ ਬੜੀ ਔਖਿਆਈ ਮਹਿਸੂਸ ਕਰਦਾ। ਕਿਸੇ ਕੋਲੋਂ ਕਰਾਉਣਾ ਹੋਵੇ ਤਾਂ ਸਿਰ ਖੱਪ ਜਾਂਦਾ ਬੋਲ ਬੋਲ ਕੇ। ਪਹਿਲਾਂ ਤਾਂ ਅਗਲੇ ਦੇ ਦਿਮਾਗ 'ਚ ਬਿਠਾਓ, ਤੁਹਾਡਾ ਦਿਮਾਗ ਉਹਦੇ ਨਾਲ ਟੱਚ ਹੈ, ਕਿਸੇ ਵੀ ਕੰਮ ਨਾਲ ਤੁਸੀਂ ਸਮਝਦੇ ਹੋ ਵੀ ਕਿਵੇਂ ਕਰਨਾ, ਦੂਜੇ ਨੂੰ ਸਮਝਾਉਣਾ ਪਊਗਾ। ਫਿਰ ਉਹਨੇ ਮਾੜਾ ਮੋਟਾ ਗਲਤੀ ਕਰਤੀ, ਫਿਰ ਟਾਈਮ ਖਰਾਬ ਕਰਨਾ ਆਪ ਹੀ ਪਊਗਾ, ਸਿਰ 'ਤੇ ਖਲੋਣਾ ਪਊਗਾ। ਆਪ ਕਰੋਗੇ ਸਵਾਰ ਕੇ ਤੇ ਸੋਹਣਾ ਕਾਰਜ ਹੋਏਗਾ। ਛੇਤੀ ਖੁਸ਼ੀ ਸਵਾਰੀਆ ਨਾਨਕ ਕਾਰ ਸਾਰ, ਕਿਸੇ ਕੋਲੋਂ ਕਰਾਓਗੇ ਅਗਲਾ ਕੱਪੜੇ ਮਸ਼ੀਨ 'ਚ ਪਾ ਕੇ ਘੋਲ ਮਿਲ ਕੇ, ਮੈਲ ਉਤਰੀ ਨਹੀਂ ਉਤਰੀ ਨਾ ਸੀ, ਮਸ਼ੀਨਾਂ 'ਚ ਕਿਹੜੀਆਂ ਸਾਫ਼ ਕਰਦੀਆਂ। ਤੇ ਇਸ ਵਾਸਤੇ ਪ੍ਰੈਸ ਕਰਾਓਗੇ ਉਹ ਸਾੜ ਕੇ ਉਹ ਚਾਦਰੀ ਗਾਂ ਜਾਊਗਾ। ਤੇ ਇਸ ਲਈ ਜਿਸ ਤਰ੍ਹਾਂ ਦਾ ਕੰਮ ਹੈ, ਹੁਣ ਅਸੀਂ ਜਿਸ ਤਰ੍ਹਾਂ ਚਾਹੁੰਦੇ ਹਾਂ, ਸਬਜ਼ੀ ਭਾਜੀ ਆ ਕੋਈ ਮਿਰਚ ਮਸਾਲਾ ਜ਼ਿਆਦਾ ਪਾ ਕੇ ਤੁਹਾਨੂੰ ਖਵਾ ਦਊਗਾ। ਆਪਦੇ ਹੱਥੀਂ ਆਪਦੀ ਮਰਜ਼ੀ ਨਾਲ ਜਿਸ ਤਰ੍ਹਾਂ ਮਰਜ਼ੀ ਕਰੋ। ਕੋਈ ਵੀ ਕੰਮ ਹੈ ਦੂਜੇ ਕੋ ਕਰਾਉਣਾ ਔਖਾ, ਆਪ ਕਰਨਾ ਸੌਖਾ ਹੈ। ਤੋ ਇਸ ਲਈ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਕੀ ਕੀਤਾ, ਮੈਂ ਘਬਰਾ ਗਿਆ। ਮੈਂ ਸਮਝਿਆ ਵੀ ਸੱਚਮੁੱਚ ਹੀ ਮੇਰਾ ਬੱਚਾ। ਮਹਾਂਪੁਰਖ ਕਹਿਣ ਲੱਗੇ ਇਸੇ ਤਰ੍ਹਾਂ ਤੂੰ ਸਵਾਲ ਕੀਤਾ ਸੀ ਕਿ ਪਰਮੇਸ਼ਰ ਖੁਦ ਆਪ ਕਿਉਂ ਆਉਂਦਾ ਸੇਵਕਾਂ ਦੀ ਰੱਖਿਆ ਕਰਨ ਲਈ। ਉਹਦਾ ਵੀ ਆਪਦੇ ਭਗਤਾਂ ਦੇ ਨਾਲ, ਸੰਤਾਂ ਦੇ ਨਾਲ, ਗੁਰਸਿੱਖ ਸੇਵਕਾਂ ਦੇ ਨਾਲ ਇੰਨਾ ਹੀ ਪਿਆਰ ਹੈ, ਉਹਨੂੰ ਵੀ ਚੇਤਾ ਭੁੱਲ ਜਾਂਦਾ ਕਿ ਮੈਂ ਕਿਸੇ ਨੂੰ ਹੁਕਮ ਕਰਨਾ। ਇੱਕ ਸਵਾਮੀ ਰਾਮ ਜੀ ਹੋਏ ਨੇ, ਇੱਕ ਤਾਂ ਰਾਮਦੇਵ ਜੀ ਹੈ ਜੋ ਪਤੰਜਲੀ ਜੋਗੀ ਹੈ, ਇੱਕ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹੋਇਆ ਜਿਹੜਾ ਹਿੰਦੂ ਮੱਤ ਦਾ ਪੰਡਿਤ ਗੁਰਮੁਖ ਬਣਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਉਹਦੀ ਸ਼ਰਧਾ ਸੀ। ਇਹ ਤੀਜੇ ਸਵਾਮੀ ਰਾਮ ਜੀ ਹੈ। ਹੁਣ ਚੜ੍ਹਾਈ ਕਰ ਗਏ, ਇਹ ਉੱਥੇ ਹੁੰਦੇ ਸੀਗੇ ਹਰਿਦੁਆਰ, ਆਪਣਾ ਰਿਸ਼ੀਕੇਸ਼। ਇੱਥੇ ਸੰਤਾਂ ਕੋਲ ਆਉਂਦੇ ਹੁੰਦੇ ਸੀ ਰਤਵਾੜਾ ਸਾਹਿਬ। ਇਹ ਮਹਾਂਪੁਰਖ ਬੜੇ ਪਿਆਰ ਵਾਲੇ ਨੇ, ਸਭ ਧਰਮਾਂ ਦੇ ਸੰਤਾਂ ਨੂੰ ਬੁਲਾਉਂਦੇ ਹੁੰਦੇ। ਇਹਨੇ ਇੱਥੇ ਮੇਲੇ 'ਤੇ ਜੋ ਇਹ ਜੋੜ ਮੇਲਾ ਮਨਾਉਂਦੇ ਸਾਲ ਬਾਅਦ, ਸਟੇਜ 'ਤੇ ਖੜ੍ਹ ਕੇ ਸਟੋਰੀ ਸੁਣਾਈ ਸੀ ਅਤੇ ਮੈਂ ਆਤਮ ਮਾਰਗ ਦੇ ਵਿੱਚੋਂ ਪੜ੍ਹੀ। ਉਹਨੇ ਆਪ ਦੀ ਜੀਵਨ ਦੀ ਇੱਕ ਵਚਿੱਤਰ ਘਟਨਾ ਦਾ ਜ਼ਿਕਰ ਕੀਤਾ ਹੈ। ਆਤਮ ਮਾਰਗ ਦੇ ਵਿੱਚੋਂ ਮੈਂ ਲਿਖ ਕੇ ਛਪਾ ਵੀ ਦਿੱਤੇ। ਕਹਿੰਦਾ ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਹਾਂ। ਸਿੱਖ ਕਦੋਂ ਬਣਿਆ? ਇੱਕ ਵਾਰ ਮੈਂ ਪਹਾੜੀ 'ਤੇ ਜਾ ਰਿਹਾ ਸੀ ਇਕੱਲਾ ਭਗਤੀ ਕਰਨ ਵਾਸਤੇ, ਅਤੇ ਮੇਰਾ ਧਿਆਨ ਨਾ ਰਿਹਾ, ਮੇਰਾ ਪੈਰ ਫਿਸਲ ਗਿਆ ਅਤੇ ਮੈਂ ਥੱਲੇ ਡੂੰਘੀ ਖੱਡ ਵਿੱਚ ਡਿੱਗ ਪਿਆ। ਜਦ ਮੈਂ ਖੱਡ ਵਿੱਚ ਡਿੱਗਾ ਅਤੇ ਮੈਂ ਘਬਰਾ ਗਿਆ ਵੀ ਹੁਣ ਤਾਂ ਮੈਂ ਗਿਆ। ਅਤੇ
ਇੱਕਦਮ ਖੱਡ ਵੈਸੇ ਡੂੰਘੀ ਬੜੀ ਸੀ, ਜੇ ਹੇਠਾਂ ਡਿੱਗਦਾ ਤਾਂ ਮੈਂ ਚੜ੍ਹਾਈ ਕਰ ਜਾਣਾ ਸੀ। ਥੋੜ੍ਹਾ ਜਿਹਾ ਹੇਠਾਂ ਗਿਆ, ਰਿੜਦਾ ਰੁੜਦਾ, ਤਾਂ ਇੱਕ ਦਰਖਤ ਟੁੱਟਾ ਹੋਇਆ ਸੀਗਾ, ਉਹਦੀ ਤਿੱਖੀ ਨੋਕ ਖੁੰਘੀ ਸੀਗੀ, ਉਹ ਮੇਰੇ ਪੇਟ ਦੇ ਵਿੱਚ ਫਸ ਗਈ, ਜਿਸ ਕਰਕੇ ਮੈਂ ਮਰਿਆ ਤਾਂ ਨਾ, ਹੇਠਾਂ ਤਾਂ ਨਾ ਗਿਆ, ਪਰ ਉਹਦੇ ਵਿੱਚ ਪੇਟ ਦੇ ਫਸਣ ਨਾਲ ਸਮਝ ਲਓ ਮੈਂ ਜਿਉਂਦਾ ਸੂਲੀ 'ਤੇ ਟੰਗਿਆ ਗਿਆ। ਦਰਦ ਦੇ ਨਾਲ ਮੇਰੀ ਜਾਨ ਪਈ ਨਿਕਲੇ। ਉਸ ਵਕਤ ਮੈਂ ਸ਼ਿਵਜੀ ਮਹਾਰਾਜ ਨੂੰ ਯਾਦ ਕੀਤਾ, ਪਰ ਨਹੀਂ ਬੋੜਿਆ। ਬ੍ਰਹਮਾ ਜੀ ਨੂੰ ਯਾਦ ਕੀਤਾ, ਉਹ ਵੀ ਨਹੀਂ ਆਇਆ। ਭਗਵਾਨ ਵਿਸ਼ਨੂੰ ਨੂੰ ਯਾਦ ਕੀਤਾ, ਉਹਦੇ ਵੱਲੋਂ ਵੀ ਮਦਦ ਨਹੀਂ ਹੋਈ, ਕਿਉਂਕਿ ਟਾਈਮ ਸੀ ਸਕਿੰਟਾਂ ਮਿੰਟਾਂ ਦਾ ਹੀ, ਇੱਕ ਇੱਕ ਸਕਿੰਟ ਕੀਮਤੀ ਸੀਗਾ। ਅਤੇ ਫਿਰ ਮੈਂ ਸੋਚਿਆ ਵੀ ਮਣਾ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਨਾ ਯਾਦ ਕਰਾਂ। ਉਹ ਸਰਬ ਸਾਂਝੇ ਗੁਰੂ ਹੋਏ ਨੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਮੁਸਲਮਾਨ ਆਪ ਦਾ ਪੀਰ ਮੰਨਦੇ ਨੇ ਅਤੇ ਹਿੰਦੂ ਆਪ ਦਾ ਗੁਰੂ ਮੰਨਦੇ ਨੇ। ਜਾਹਰ ਪੀਰ ਜਗਤ ਗੁਰ ਬਾਬਾ। ਉਹਨਾਂ ਕਿਸੇ ਨਾਲ ਦਜੈਕ ਨਹੀਂ ਕੀਤੀ। ਮੁਸਲਮਾਨਾਂ 'ਚੋਂ ਮਰਦਾਨੇ ਨੂੰ ਆਪ ਦਾ ਰਬਾਬੀ ਰੱਖਿਆ। ਸਾਡੇ ਵਰਗਾ ਕੋਈ ਹੁੰਦਾ ਅਤੇ ਭਜਾ ਦਿੰਦਾ ਵੀ ਜਾਓ ਜਾਓ ਗੁਰਦੁਆਰੇ, ਤੁਸੀਂ ਕੀਰਤਨ ਨਹੀਂ ਕਰ ਸਕਦੇ, ਤੂੰ ਤਾਂ ਮੁਸਲਮਾਨ। ਕੋਈ ਹਿੰਦੂ ਆ ਜਾਏ, ਉਹ ਕਹਿੰਦੇ ਵੀ RSS ਕਿੱਥੋਂ ਆ ਗਈ। ਐਵੇਂ ਗੱਲਾਂ ਬਣਾਈਆਂ ਹੋਈਆਂ। ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ। ਇੱਕ ਦੂਜੇ ਨਾਲ ਈਰਖਾ, ਦਵੈਸ਼, ਕਿਸੇ ਨੂੰ ਕੋਈ ਬੁਲਾ ਕੇ ਰਾਜੀ ਨਹੀਂ। ਪਹਿਲਾ ਸਮਾਂ ਬੜਾ ਪ੍ਰੇਮ ਭਾਵ ਵਾਲਾ ਹੁੰਦਾ ਸੀਗਾ। ਹੁਣ ਕੁਝ ਹਵਾ ਹੀ ਇਸ ਤਰ੍ਹਾਂ ਦੀ ਚੱਲ ਪਈ ਹੈ। ਇਹ ਨਹੀਂ ਵੀ ਦੂਜੇ ਮੈਂ ਵੀ ਇਸ ਤਰ੍ਹਾਂ ਦਾ ਹੀ ਹਾਂ, ਝੱਟ ਮਨ 'ਚ ਤਰਕ ਫੁਰੂਗੀ। ਸੋ ਸਤਿਗੁਰੂ ਜੀ ਸਰਬ ਸਾਂਝੇ ਗੁਰੂ ਹੋਏ ਹਨ, ਕਿਉਂ ਨਾ ਮੈਂ ਉਹਨਾਂ ਨੂੰ ਯਾਦ ਕਰਾਂ। ਇਸ ਤਰ੍ਹਾਂ ਸੋਚ ਕੇ ਮੈਂ ਅਰਦਾਸ ਕੀਤੀ, ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਅਤੇ ਮੈਂ ਵੀ ਆਪ ਦਾ ਸਿੱਖ ਹਾਂ, ਮੈਂ ਆਪ ਨੂੰ ਯਾਦ ਕਰ ਰਿਹਾ, ਕਿਰਪਾ ਕਰਕੇ ਮੇਰੀ ਬੋੜੀ ਕਰੋ, ਮੈਨੂੰ ਬਚਾਓ ਜੀ। ਇੰਨਾ ਕਹਿਣ ਦੀ ਦੇਰ ਸੀਗੀ ਕਿ 4 ਜਨਾਨੀਆਂ, ਪਹਾੜੀ ਜਨਾਨੀਆਂ, ਉਹਨਾਂ ਪਿਛਲੇ ਪਾਸੇ ਉਹ ਬੈਗ ਜਿਹੇ ਪਾਏ ਹੋਏ, ਬੋਰੀਆਂ ਜਿਹੀਆਂ ਪਾਈਆਂ ਹੋਈਆਂ, ਜਿਸ ਤਰ੍ਹਾਂ ਉਹ ਕੱਖ ਕਣ ਲੈਣ ਆਈਆਂ ਹੋਣ, ਜਿਸ ਤਰ੍ਹਾਂ ਕੰਮ ਕਰਨ ਵਾਲੀਆਂ ਤੁਰੀਆਂ ਫਿਰਦੀਆਂ ਨੇ। ਇਉਂ ਆਪਸ 'ਚ ਗੱਲਾਂ ਕਰਦੀਆਂ ਮੈਨੂੰ ਸੁਣੀਆਂ। ਅਤੇ ਉਹਨਾਂ ਜਦ ਹੇਠਾਂ ਵੇਖਿਆ, ਕਹਿੰਦੀ ਉਹ ਇਹ ਤਾਂ ਕੋਈ ਭਗਵੇਂ ਕੱਪੜੇ ਪਾਏ ਸੀ, ਕੋਈ ਸਾਧੂ ਡਿੱਗਿਆ ਹੋਇਆ, ਆਓ ਭੈਣੋ ਆਪਾਂ ਉਹਦੀ ਮਦਦ ਕਰੀਏ। ਉਹ ਚਾਰੇ ਹੀ ਬੀਬੀਆਂ ਹੇਠਾਂ ਉਤਰੀਆਂ। 2 ਨੇ ਮੈਨੂੰ ਲੱਤਾਂ ਤੋਂ ਫੜਿਆ ਅਤੇ 2 ਨੇ ਬਾਹਾਂ ਤੋਂ ਫੜਿਆ। ਅਡੋਲ ਚੁੱਕ ਕੇ ਦਰਖਤ ਦੀ ਖੁੰਘੀ ਮੇਰੇ ਪੇਟ 'ਚੋਂ ਕੱਢ ਕੇ ਬੜੇ ਆਰਾਮ ਨਾਲ ਮੈਨੂੰ ਉੱਪਰ ਲੈ ਆਈਆਂ। ਅਤੇ ਆਪ ਦਾ ਸਿਰ ਵਾਲਾ ਕੱਪੜਾ ਉਹਨਾਂ ਨੇ ਪਾੜ ਕੇ, ਅਤੇ ਉਹ ਕੱਪੜਾ ਉੱਪਰ ਰੱਖ ਕੇ ਘੁੱਟ ਕੇ ਪੱਟੀ ਬੰਨੀ। ਆਖਿਆ ਸੰਤ ਜੀ, ਗੁਰੂ ਨਾਨਕ ਸਾਹਿਬ ਜੀ ਵੀ ਘਰੋਂ ਇਕੱਲੇ ਨਹੀਂ ਸੀ ਨਿਕਲੇ, ਭਾਵੇਂ ਖੁਦ ਪਰਮਾਤਮਾ ਸੀਗੇ। ਸੱਜੇ ਅਤੇ ਖੱਬੇ 2 ਮਹਾਰਾਜ ਨੇ ਗੁਰਮੁਖ ਆਪਣੇ ਨਾਲ ਰੱਖੇ, ਭਾਈ ਬਾਲਾ ਜੀ ਅਤੇ ਮਰਦਾਨਾ ਜੀ। ਜਦ ਵੀ ਕਿਤੇ ਨਿਕਲਦੇ ਹੁੰਦੇ ਹੋ ਅਤੇ ਆਪ ਦੇ ਨਾਲ ਕੋਈ ਸੇਵਾਦਾਰ ਸਿੱਖ ਸੇਵਕ ਲੈ ਕੇ ਆਇਆ ਕਰੋ, ਅਤੇ ਖਿਆਲ ਰੱਖਿਆ ਕਰੋ ਆਪ ਦਾ, ਧਿਆਨ ਦੇ ਨਾਲ ਤੁਰਿਆ ਕਰੋ। ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ। ਅਤੇ ਜਾਓ ਜਾ ਕੇ ਮੌਜ ਮਾਣੋ। ਇਸ ਤਰ੍ਹਾਂ ਕਹਿ ਕੇ ਉਹ ਅੱਗੇ ਨੂੰ ਤੁਰ ਗਈਆਂ। ਥੋੜ੍ਹਾ ਕੁ ਚਿਰ ਕਹਿੰਦੇ ਮੈਂ ਵੇਖਦਾ ਰਿਹਾ ਵੀ ਉਹ ਜਾਂਦੀਆਂ ਕਿੱਧਰ ਨੂੰ ਨੇ, ਅੱਗੇ ਜਾ ਕੇ ਅਲੋਪ ਹੋ ਗਈਆਂ। ਮੈਨੂੰ ਇਉਂ ਮਹਿਸੂਸ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਭਾਵੇਂ ਖੁਦ ਆਪ ਨਹੀਂ ਆਏ, ਪਰ ਉਹ ਬੀਬੀਆਂ ਨੂੰ ਭੇਜਤਾ, ਪਤਾ ਨਹੀਂ ਕੌਣ ਸੀਗੀਆਂ। ਕਹਿੰਦੇ ਮੈਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ ਨੂੰ ਸਮਝਿਆ ਕਿ ਇਹ ਮਹਾਰਾਜ ਦਾ ਇੱਕ ਕੌਤਕ ਸੀਗਾ, ਮਹਾਰਾਜ ਨੇ ਖੁਦ ਆਪ ਮਦਦ ਕੀਤੀ ਹੈ। ਉਸ ਦਿਨ ਤੋਂ ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬਣਿਆ। ਇਉਂ 5ਵੇਂ ਪਾਤਸ਼ਾਹ ਫਰਮਾਉਂਦੇ ਹਨ, ਪ੍ਰਭ ਚਿਤ ਆਵੈ ਤਾਂ ਕੈਸੀ ਭੀੜ। ਇੱਕ ਵਾਰ ਤੁਸੀਂ ਵੀ ਉੱਚੀ ਬੋਲ ਕੇ ਕਹਿ ਦਿਓ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਕਿਤੇ ਔਖੀ ਵੇਲੇ ਰੱਬ ਨਾ ਕਰੇ ਕੋਈ ਸਮਾਂ ਬਣੇ, ਪਰਮਾਤਮਾ ਨੂੰ ਯਾਦ ਕਰਕੇ ਵੇਖਿਓ। ਸ੍ਰੀ ਰਾਗ ਮਹੱਲਾ 5ਵਾਂ। ਜਾਕੋ ਮੁਸਕਲ ਅਤ ਬਣੈ
ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣ ਸਾਕ ਪੇ ਭਜ ਖਲੇ। ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨ ਤਾਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ ਆਏ ਨ ਜਾਈ ਥਿਰ ਸਦਾ। ਗੁਰ ਸਬਦੀ ਹਰ ਜਾਣ। ਆਪ ਚਿਤ ਆਵੈ ਤਾ ਕੈਸੀ ਭੀੜ। ਹੇ ਪਰਮੇਸ਼ਰ, ਜਦੋਂ ਤੂੰ ਯਾਦ ਚੇਤੇ ਆ ਜਾਵੇਂ ਤਾਂ ਫਿਰ ਕਿਹੋ ਜਿਹੀ ਪੀੜ ਬਿਪਤਾ ਆ ਸਕਦੀ ਹੈ। ਭਾਵ ਕੋਈ ਵੀ ਬਿਪਤਾ ਨਹੀਂ ਆ ਸਕਦੀ, ਕਿਉਂਕਿ ਬਿਪਤਾ ਤਾਂ ਉੱਥੇ ਹੁੰਦੀ ਹੈ ਇਹ ਹਰੀ ਜਿੱਥੇ ਤੇਰਾ ਸਿਮਰਨ ਨਾ ਹੋਵੇ। ਬਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ। ਜਿੱਥੇ ਤੇਰਾ ਹੇ ਹਰੀ ਸਿਮਰਨ ਨਹੀਂ ਹੈ ਬਿਪਤਾ ਤਾਂ ਉੱਥੇ ਪੈਂਦੀ ਹੈ। ਪਰ ਤਹ ਆਨੰਦ ਜੈ ਹਰ ਗੁਣ ਗਾਹੀ। ਉੱਥੇ ਹਮੇਸ਼ਾ ਆਨੰਦ ਹੀ ਆਨੰਦ ਬਣਿਆ ਰਹਿੰਦਾ। ਇਹ ਹਰੀ ਜਿੱਥੇ ਤੇਰੇ ਗੁਣ ਗਾਏ ਜਾਂਦੇ ਨੇ, ਇਸ ਲਈ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੇ। ਉਪਾਦ ਦਾ ਮਤਲਬ ਹੈ ਉਪਾਦੀ ਰੋਗ। ਤਿੰਨ ਤਾਪ ਨੇ, ਇੱਕ ਆਦੀ ਮਾਨਸਿਕ ਤਾਪ, ਇੱਕ ਵਿਆਧੀ ਸਰੀਰਕ ਤਾਪ। ਆਦੀ ਮਨ ਦੀ ਚਿੰਤਾ ਤੇ ਵਿਆਧੀ ਜੋ ਤਾਪ ਚੜ੍ਹ ਜਾਣਾ, ਬੁਖਾਰ, ਕੋਈ ਵੀ ਸਰੀਰ ਨੂੰ ਬਲੱਡ ਪ੍ਰੈਸ਼ਰ, ਸ਼ੂਗਰ ਹੈ, ਕੋਈ ਵੀ ਬਿਮਾਰੀ ਲੱਗ ਜਾਣੀ, ਇਹ ਵਿਆਧ ਰੋਗ ਹੈ। ਤੇ ਉਪਾਧੀ ਜਿਹੜਾ ਲੜਾਈ ਝਗੜਾ, ਉੱਪਰੋਂ ਪਈ ਬਿਪਤਾ, ਕੋਈ ਵੀ ਟਰਬਲ ਪੈ ਜਾਣੀ, ਕੋਈ ਮੁਸ਼ਕਿਲ 'ਚ ਪੈ ਜਾਣਾ, ਸੋ ਉਪਾਧੀ ਬਿਪਤਾ ਦਾ ਨਾਮ ਹੈ। ਜਹ ਹਰ ਸਿਮਰਨ ਭਇਆ। ਹੇ ਵਾਹਿਗੁਰੂ, ਜਿੱਥੇ ਤੇਰਾ ਹਰੀ ਨਾਮ ਦਾ ਸਿਮਰਨ ਹੋਇਆ ਤਹਿ ਉਪਾਦ ਗਤ ਕੀਨੇ। ਆਧੀ ਵਿਆਧੀ ਉਪਾਧੀ ਆਦਿਕ ਤਿੰਨੇ ਤਾਪ ਆਪਣੇ ਉਥੋਂ ਨਾਸ਼ ਕਰ ਦਿੱਤੇ ਨੇ। ਵਡ ਭਾਗੀ ਹਰ ਜਪਣਾ। ਪਰ ਹਰੇਕ ਬੰਦਾ ਨਾਮ ਨਹੀਂ ਜਪ ਸਕਦਾ। ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਆਇਆ ਵਾਹਿਗੁਰੂ ਦਾ ਨਾਮ ਜਪਣਾ। ਜਨ ਨਾਨਕ ਕਹੋ ਗੁਰੇ ਮਤ ਦੀਨੀ। ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਨੂੰ ਦਾਸਾਂ ਨੂੰ ਤਾਂ ਵਾਹਿਗੁਰੂ ਨੇ, ਸਾਡੇ ਗੁਰੂ ਨੇ ਇਹ ਮਤ ਬੁੱਧੀ ਬਖਸ਼ਿਸ਼ ਕੀਤੀ ਹੈ। ਜਪ ਹਰ ਭਵ ਜਲ ਤਰਨਾ। ਕਿ ਹਰੀ ਦਾ ਨਾਮ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਸੋ ਜਿੱਥੇ ਪ੍ਰਭੂ ਦਾ ਚਿੰਤਨ ਹੁੰਦਾ ਹੈ, ਵਾਹਿਗੁਰੂ ਚੇਤੇ ਆਉਂਦਾ ਹੈ, ਤਾਂ ਕੋਈ ਉੱਥੇ ਭੀੜ ਨਹੀਂ ਪੈ ਸਕਦੀ, ਕੋਈ ਬਿਪਤਾ ਨਹੀਂ ਆ ਸਕਦੀ। ਸੋ ਜੇ ਭੀੜ ਪਵੇ ਵੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਛਿੰਨ ਬਿੰਨ ਕਰ ਦਿੰਦੇ ਨੇ, ਆਪ ਨਿਵਰਤ ਕਰ ਦਿੰਦੇ ਹਨ। ਹਰ ਸੇਵਕ ਨਾਹੀ ਜਮ ਪੀੜ। ਇਹ ਹਰੀ ਪਰਮੇਸ਼ਰ ਤੇਰੇ ਸੇਵਕ ਦਾਸਾਂ ਨੂੰ ਜਮਾਂ ਦੀ ਪੀੜਾ ਵੀ ਨਹੀਂ ਵਿਆਪਦੀ ਜਾਂ ਜਮਾਨੇ ਦੀ ਪੀੜਾ ਵੀ ਨਹੀਂ ਲੱਗਦੀ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਅਣਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਇਹ ਧਰਮ ਰਾਜੇ ਦਾ ਦੂਤਾਂ ਨੂੰ ਬਕਾਇਦਾ ਹੁਕਮ ਹੈ ਕਿ ਜਿੱਥੇ ਸਾਧੂ ਹੋਣ, ਗੋਬਿੰਦ ਦਾ ਭਜਨ ਕਰਦੇ ਹੋਣ, ਇਹ ਯਮਦੂਤੋ ਤੁਸੀਂ ਉਹਨਾਂ ਦੇ ਨੇੜੇ ਤੱਕ ਨਹੀਂ ਜਾਣਾ ਹੈ। ਧਰਮ ਰਾਜ ਕੇ ਦੂਤ ਨਾ ਜੋ ਹੈ, ਮਾਇਆ ਮਗਨ ਨਾ ਕਛੂ ਹੈ ਮੋਹ ਹੈ। ਧਰਮ ਰਾਜੇ ਦੇ ਦੂਤ ਉਹਨਾਂ ਵੱਲ ਵੇਖ ਤੱਕ ਨਹੀਂ ਸਕਦੇ, ਫੜਨਾ ਤਾਂ ਬੜੀ ਦੂਰ ਦੀ ਗੱਲ ਹੈ, ਨਿਗਾਹ ਭਰ ਕੇ ਵੀ ਨਹੀਂ ਵੇਖ ਸਕਦੇ। ਤੇ ਜੋ ਮਾਇਆ ਦੀ ਮਸਤੀ ਹੈ ਉਹਨਾਂ ਨੂੰ ਕੁਝ ਮੋਹਿਤ ਨਹੀਂ ਕਰਦੀ। ਇੰਜ ਹਰ ਕੇ ਸੇਵਕ ਜੋ ਹਰ ਭਾਏ, ਹਰ ਸੇਵਕ ਨਾਹੀ ਜਮ ਪੀੜ। ਹਰੀ ਦੇ ਸੇਵਕਾਂ ਦੀ ਕਥਾ ਚੱਲ ਰਹੀ ਹੈ।
सो जिहड़े प्रभु का चिंतन करते ने उन्होंने किंज विपत आ सकती है, यमां की पीड़ा नहीं लगती। हर सेवक नाही जम पीड़, हर के सेवक जो हर पाए, तिन की कथा निरारी रे। हरि दे सेवक जिहड़े हरि नूं भा गए ने उन्हां दी कथा एक अलग ही है दुनिया दे नालों, क्योंकि भगतां की चाल निराली, चाला निराली भगतां केरी विख मार्ग चलना। उन्हां औखे रस्ते ते प्रेमा भगती वाले रस्ते ते चलना हुंदा है, इसलिए उन्हां दी कथा दुनिया दे नालों कुछ अलग है। हर के सेवक जो हर भाए, तिन की कथा निरारी रे। आवह न जाहे न कबहू मरते, पार ब्रह्म संगारी रे। क्योंकि वाहिगुरु उन्हां दी अंग संग है। तुसीं वेखो प्रहलाद ने वाहिगुरु जी का नाम जपिया, हर नाखश उन्हों काढ़ खड़क कर कोपियो, कौन सो तेरा है उस्ताद। खंडा कढ़ के तलवार कढ़ के गुस्से में आके कहन लगा, दस कौन है तेरी रखिया करने वाला, मैं भी वेख लवां। ये थम्मे दे विच जे है तो मैनू भी दिखा। तो भाई गुरदास जी कहते, थम पाड़ हर प्रगटिया, नरसिंह अनूप अनूप जुगाद। थम पाड़ के महाराज ने दिखाली दिती ते नरसिंह नूं सो अपनियां नौंदरां दे नाल छिन्न भिन्न कर दिता है। भगत प्रहलाद जी की रखिया की, हर जुग जुग भगत उपाया, पैज रखदा आया राम राजे। हर नाखस दुष्ट हर मारिया, प्रहलाद तराया। अहंकारियां निंदकां बैठदे, नाम दिओ मुख लाया। जन नानक ऐसा हर सेविया, अंत लय छड़ाया। पहली गल ते सेवकां नूं कोई पीड़ जां विपता पैंदी नहीं, जद पै जावे फिर परमात्मा खुद आप निवृत्त करता है। बाहरी तौर ते वेखण नूं वो महसूस तो नहीं करते, पर जिहड़े नाम जपण वाले ने, सिੱਖੀ कमाउण वाले ने, उन्हां नूं ज़्यादा विपता का सामना करना पैंदा। एक तो विपता हुंदी है शराब पी के आप सेड़ लैनी, किसी को कुट देना, मार देना, किसी को जुत्तियां खा लैनियां, वो तो उन्हां दे कर्मां दा है। पर जिहड़ी सिंह दे उपर विपता पैंदी है, धर्मी योधियां ते पैंदी है, वो धर्म की विपता हुंदी है। धर्म की विपता योधियां नूं सहारनी पैंदी है, पर वो दुख नूं दुख, विपता नूं विपता नहीं मनदे, क्योंकि परमात्मा जी उन्हां दे नाल। कबीर जी ने धर्म कमाया, नाम जपिया, ते सिकंदर बादशाह ने ब्राह्मण की चुगली मन के उन्हों जूड़ के संगलों के नाल गंगा दीयां डूंघियां लहरां से सुट दिता। एकदम टुबकी लाउंदियां सार कबीर जी दे संगल टुट गए, ते उत्ते मृगशाला विछ गई। बेड़ी की तरह चौंकड़ा मार के कबीर साहब जी बैठ के तरन लग पे। हौली हौली घाट के उपर लग के राम नाम करदे अपने घर आ बड़े। पंडित फिर वेख के औखे होए भी किधरों आ गया। उन्होंने शब्द उचारे है, गंगा की लहर मेरी टुटी, मन दा मेरा डरदा नहीं, तुसी मेरे शरीर नूं किवें डरा सकदे हो, क्योंकि मन मेरा तगड़ा है। इं परमात्मा जी दे सिर उपर है। सूही महला पंजवा, जिसके सिर ऊपर तू स्वामी, सो दुख कैसा पावै। वो किवें दुख पा सकदा भाई, किसी प्रकार उन्होंने भीड़, उन्होंने विपता नहीं आउंदी। नामदेव जी नूं सलेम बादशाह ने हाथी अगे जोड़ के सुटिया। वो खूनी हाथी ने ये गल पूछी कि ए जालम लोको, दसो ये प्रभु का भगत है, इहदा की कसूर है जिहड़ा तुसीं मेरे अगे नूं बन के सुट दिता।
मैं तो इनू नहीं मारना। बांध पोट कुंचर को दीना, कुंचर पोट लै लै नमस्कार है, बुझी नहीं काजी अंधियार है। 3 बार पतिया पर लीना, मन कठोर अजू न पतीना। उन्हों का कठोर मन अजे भी नहीं पतीजिया। हाथी ने गोडियां ला के नामदेव नूं मत्था टेकिया। ते जद महावत नूं काजिया ने आख्या भी तूने तोरदा क्यों नहीं, रे महावत डारों काट, इसे तरह वो घालो साठ। ते इनू तोरदा क्यों नहीं, तेनू मार कतांगे जे तू इनू तोरिया ना। नामदेव नूं दरड़ दे। तो जिस वक्त महावत ने हाथी नूं तंग परेशान किया, उस वक्त हाथी ने पूछया क्या अपराध संत है कीना, बांध पोट कुंचर को दीना। दसो संत ने की अपराध किया भाई, जेड़ा तुसी बन के मेरे हाथी अगे सुट दिता। इन्हें कोई गुनाह किया, कोई पाप किया? जब बहुता नूं परेशान किया, उन्हें मारे आप सलेटा जिहा महावत नूं थले सुटता। ते इन्हां दे बंदियां नूं ही दरड़दा मरड़दा निकल गया परां नूं। नामदेव नूं मत्था टेकिया, उन्होंने कुछ नहीं आख्या, क्योंकि रब जो उहदे च वसदा सी खूनी हाथी। यो नामदेव की बिपता पीड़ नूं दूर कीता, प्रहलाद की बिपता नूं दूर कीता, कबीर जी की बिपता पीड़ नूं दूर कीता। ते वाहिगुरु जी ने सदने कसाई की उस वक्त रखिया की जदों ऐन बिल्कुल गल तक कंध आ गई। किसी जीवन तो डिगी हुई इस्त्री ने काम वासना के अधीन सदने कसाई नाल आपदी वासना पूर्ति वास्ते उन्होंने मनाउण लई आपदे पति का खुद आप कतल करके रौला पा दिता कि इस बंदे ने मेरा पति मार दिता है। सदना जी घबरा गए, आख्या बीबी भैणा ये तू की कीता? सो उन्हें जब सदना जी ने वचन ना मनिया तो उन्हें राजे नूं फड़ा दिता शिकायत ला के। वो बीबी दे आखे ला के सदना जी नूं जिउंदा ही जद कंध चीण रही सी, गले तक कंध आ गई। 2 किट्टां लगन तो बाद विच पैक हो जाना सी। उस वक्त भगत सदना जी ने वाहिगुरु जी नूं याद किया कि महाराज सो कृपा करो, महाराज सदना जन तोरा, सो मेरी लज्जा रखो, मेरी इज्जत रखो सच्चे पातशाह। मैं नाही कश हो नहीं, किश आहे ना मोरा। ते अवसर लज्जा राख ले हो सदना जन तौरा। ये हुण अवसर, ये हुण मौका है। जे मौका लंघ गया तेरा भगत तरले मारदा मर जाऊगा। ते लोकां ने मेरे ते कलंक ला कतना भी सदना सचमुच ही ये औगणा वाला सीगा। ये महाराज तेनों तो पता ही है, मैं कुछ अपनत नहीं कर रहा, कुछ भी मेरा नहीं है। ते पर तेरे नाम जपण वाले एक भोले भाले भगत, एक बीबी दोष ला के उन्होंने मरवा रही है। लोगों के भाणे मैं दोषी हाँ। तू महाराज इन्हों दस। आकाशबाणी हुई कि हे सदना तेरे कर्मां दे विच जिउंदा नीच चिन के मरना लिखिया है, ते तू ये आपदे कर्म भोग ला, मुड़ के मैं तेनों मरण तो बाद मुक्त कर दियांगा। ये कोई लैन देन है पिछले जन्म का, ते तू भोग ला। कहंदा महाराज वाह बई वाह, चंगी सलाह दी है। जेकर शेर की शरण दे विच पै के भी सानू गिदड़ा ने भवकियां मार के डराउणा, बकरियां ने अखां कढ़ के डराउणा, फिर शेर की शरण आउण दा की फायदा होया। सिंह सरन कत जाइए जो जंबुक ग्रासै, तब गुण कहा जगत गुरा जो कर्म ना नासै। ये जगत गुरु वाहिगुरु तेरा की उपकार होया, जे मैं आपदे कर्म ही भोगने ने
फिर तेरे नाम जपण का की फायदा होया? फिर तो ही कर्म भोग के मर जाओ, घर बैठे जो मर्जी जिस तरह मर्जी भोगी जाओ। गुरुद्वारे तो इसलिए आईदा, नाम तो जपीदा कि कुछ सुख मिले, कुछ रिस्पॉन्स मिले। जे तू साडे कर्म ही नहीं कटे तो फिर तेरे चरना च आउण दा की फायदा, तेरी भगती करने का की लाभ? जे तेरा भगत रोंदा मर गया फिर तो दुनिया नहीं नाम जपूगी, फिर तो माड़ा सारे छड्ड के आपदा कारोबार करनगे, भी की फायदा नाम का? भगत रोंदे मर गए, ਉਹਦੀ ਕਿਸੇ ਹੈਲਪ नहीं की, कोई मदद नहीं हुई। ਜਿਹੜਾ ਤੂੰ कहना कि ਤੈਨੂੰ मरे तो बाद मुक्त कर देऊँगा, मैनू की फायदा मुक्ति का? ਜਿਉਂਦਾ ਤਾਂ मैं दुख भोग लिया, कलंक लवा के मर गया, दुनिया ने बिल्ला ला देना भी ये औगण वाला सीगा। जे बंदा डुब ही गया तो मरी लाश नूं भावें जहाज़ ते चढ़ा के लई फिरो, जद बंदा ही मर गया ਉਹਦਾ की फायदा? आनंद तो है जे जिउंदे बंदे दी मदद करो। मरिया तो सारे इकट्ठे हो जाते, किन्ना राग रंग, किन्ना लंगर पानी, जिउंदे नूं भावें पानी दा घुट ना कोई पियाए, कोई आवाज़ मारी तो भी गल ना सुने, की लाभ होया दसो इंसानियत का? तो इसलिए बूढ़ मूए नौका मिले कहो काहे चढ़ावो, तू भी लोकां वर्गा हो गया, डुबण वाला मैं डुब गया, 2 इट्टां लगनियां ने, मेरा काम तमाम हो जाना, तो मुड़ के तू कहना मैं मुक्त कर देऊँगा। मरे हुए जो मुक्त दे होंगे, मुक्त न जाने कोयला। जे तू मरे नूं मुक्ति देती तो इन्हां लोकां नूं थोड़ा पता, इन्हां नूं की पता भी मुक्त हो गया। दुनिया के भाने तो विपता दे विच ही खत्म हो गया। इसलिए महाराज जिहड़े लोग खड़े ने, इन्हां नूं शरेआम दिखा कि मैं सच्चा ही, बीबी झूठी है। ये हुण तेरे वस की गल है, क्योंकि तू तो मैनूं जानदा भी मैं तो एक रात कट्टण वास्ते ते माड़े कर्मां नूं घर का दरवाजा खड़का बैठा तो मैनूं विपता च पै गई। तो ये लोगों का सुभाव कैसा है मैनूं कोई जानकारी नहीं सी। हुण तू तो जानदा ही है कि मेरा सुभाव माड़ा नहीं, मेरी मदद कर। उस वक्त एक तेज हवा चली। साध संगत जीओ, जिहड़ी 4 इंची कंध हुंदी है वो 5-7 फुट तो उपर नहीं करी दी। जे 10 फुट करती तो माड़ी जी हवा वगी तो डिग पैंदी है। जिस दे विच बंदा खिलारिया होया उहदे आले दुआले इट्टां किन्नियां क सॉलिड होणगीਆਂ, बंदा माड़ा मोटा हिले तो वो गारे वालियां इट्टां गिल्लियां तां उवें ही दाड़ दाड़ डिग पैणगीਆਂ। तो इस तरह ला लो या रब की कुदरत ला लो, जिस वक्त गल तक कंध आई तो सधना जी ने वाहिगुरू जी को याद किया, एकदम तेज हनेरी चली तो कंध दाड़ दाड़ करके डिग पई। एक इट वजी, जिहड़ा राजा जिहड़ा नवाब सधना जी को लागे खलो के कंध विच नवारिया सी, उहदे नक ते इहो जी सट वजी, नक की हड्डी टुट गई। उत्थे ही दर्द नाल कुरला के तड़फ तड़फ के थाई मर गया। वजीरा ने सोचिया कि कोई महापुरख है जो कुदरत परमात्मा वालों यदि मदद हुई है। उन्हें बीबी नूं सख्ती नाल पुछया कि दस असलीयत की है। वो मन गई भी मैं घर वाला आप दी मर्जी नाल आप मारिया, इस बंदे नूं मैं मनाउंदी रही पर ये मन्निया नहीं, इत्ते मैं दोष ला के ते इनू गलती मेरी है, दोष इहदे ते मड़ के इनू सज़ा दवाई है। तो उन्हें फड़ के उन्होंने पुट्ठा टंग के ते फांसी ते लटका के उन्होंने मार कत्या, उन्होंने सज़ा दे दी, सजाए मौत। आपदे भगत की रक्षा की। साहिबजादे वेखो अज तक नीहां च खड़े, खिलार तो उन्होंने दिते पर मुड़ के उन्होंने कख नहीं रहा। तो साहिबजादे अज भी अमर ने, उन्होंने कोई मार नहीं सकिया। गज के आखो सतनाम श्री वाहिगुरू। जिमें जिमें सियाल आउंदा जांदा, ये गुरु गोबिंद सिंह तेरा ते तेरे साहिबजादियां दा चेता आउंदा जांदा, नेड़े दिन आउंदा जांदा। दसंबर दे विच गुरु महाराज सच्चे पातशाह की कृपा नाल
ਫਤਿਹਗੜ੍ਹ ਸਾਹਿਬ ਤਿਲ ਸੁੱਟਿਆਂ ਪੁੰਜੇ ਨਹੀਂ ਪੈਂਦਾ, ਇੰਨੀ ਸੰਗਤ ਜੁੜਦੀ ਹੈ ਕਿਉਂਕਿ ਉੱਥੇ ਜਿਉਂਦੇ ਨੇ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅੱਜ ਤੱਕ ਜਕਾਰੀ ਛੱਡ ਰਹੇ ਨੇ। ਇਸ ਲਈ ਬਾਦਸ਼ਾਹ ਜੀ ਫਰਮਾਉਂਦੇ ਹਨ, ਪ੍ਰਭ ਚਿਤ ਆਵੈ ਤਾ ਕੈਸੀ ਭੀੜ। ਇਹ ਪਰਮੇਸ਼ਰ ਜਦੋਂ ਤੂੰ ਯਾਦ ਚੇਤੇ ਆ ਜਾਵੇਂ ਤਦੋਂ ਫਿਰ ਕਿਹੋ ਜਿਹੀ ਭੀੜ ਬਿਪਤਾ ਆ ਸਕਦੀ ਹੈ, ਭਾਵ ਕੋਈ ਬਿਪਤਾ ਨਹੀਂ ਆ ਸਕਦੀ। ਸੇਵਕ ਨਾਹੀ ਜਮ ਪੀੜ। ਇਹ ਹਰੀ ਪਰਮੇਸ਼ਰ ਤੇਰੇ ਦਾਸਾਂ ਨੂੰ ਜਮਾਂ ਦੀ ਪੀੜਾ ਵੀ ਨਹੀਂ ਲੱਗਦੀ ਜਾਂ ਜਮਾਨੇ ਦੀ ਪੀੜਾ ਵੀ ਨਹੀਂ ਲੱਗਦੀ ਹੈ। ਦੁਖ ਹਰ ਸਿਮਰਤ ਨਸੇ। ਇਹ ਹਰੀ ਪਰਮੇਸ਼ਰ ਤੇਰਾ ਸਿਮਰਨ ਭਜਨ ਕਰਨ ਨਾਲ ਉਹਦੇ ਸਾਰੇ ਜੰਮਣ ਮਰਨ ਅਗਿਆਨ ਆਦਿਕ ਦੇ ਦੁੱਖ ਨਾਸ਼ ਹੋ ਜਾਂਦੇ ਨੇ। ਕੈ ਸੰਗ ਸਦਾ ਪ੍ਰਭ ਵਸੈ। ਇਹ ਪ੍ਰਮਾਤਮਾ ਜਿਸ ਦੇ ਨਾਲ ਤੂੰ ਹਮੇਸ਼ਾ ਵਸਣਾ ਕਰਦਾ ਹੈ। ਪ੍ਰਭ ਕਾ ਨਾਮ ਮਨ ਤਨ ਆਧਾਰ। ਇਹ ਪਰਮੇਸ਼ਰ ਆਪ ਜੀ ਦਾ ਨਾਮ ਸਾਡੇ ਮਨ ਹਿਰਦੇ ਤੇ ਤਨ ਸਰੀਰ ਦਾ ਆਸਰਾ ਰੂਪ ਹੈ। ਗੌੜੀ ਮਹੱਲਾ ਪੰਜਵਾ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪੈਰ ਯਾਰਾ ਦੀਆ ਸੋ ਪੂਰਨ ਸਤਿਗੁਰ ਗਿਆਨ ਰਹਾਉ। ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ। ਸੇਵਾ ਸੁਰਤ ਨ ਜਾਣੀਆਂ ਨਾ ਜਾਪੈ ਆਰਾਧ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ। ਭਏ ਕਿਰਪਾਲ ਗੋਸਾਈਆਂ ਨਠੇ ਸੋਗ ਸੰਤਾਪ। ਤਤੀ ਵਾਉ ਨ ਲੱਗਈ ਸਤਿਗੁਰ ਰਖੇ ਆਪ। ਗੁਰ ਨਾਰਾਇਣ ਦਈਓ ਗੁਰ, ਗੁਰ ਸੱਚਾ ਸਿਰਜਣਹਾਰ। ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ। ਪ੍ਰਭ ਕਾ ਨਾਮ ਮਨ ਤਨ ਆਧਾਰ। ਇਹ ਪ੍ਰਭੂ ਆਪ ਦਾ ਨਾਮ ਸਾਡੇ ਮਨ ਹਿਰਦਾ ਤੇ ਤਨ ਸਰੀਰ ਵਿੱਚ ਆਸਰਾ ਰੂਪ ਹੈ। ਸਤ ਨਾਮ ਹੋਵਤ ਤਨ ਛਾਰ। ਤੇਰਾ ਨਾਮ ਭੁੱਲਣ ਕਰਕੇ ਸਰੀਰ ਮਨੋਂ ਸਵਾਹ ਦੀ ਢੇਰੀ ਹੋ ਜਾਂਦਾ ਹੈ। ਫਰੀਦਾ ਜਿਤ ਧਨ ਬਿਰਹੁ ਨਾ ਉਪਜੈ ਸੋ ਧਨ ਜਾਣ ਮਸਾਨ। ਜਾਂ ਨਾਮ ਤੋਂ ਭੁੱਲ ਕੇ ਵਿਸ਼ਿਆਂ ਵਿੱਚ ਪ੍ਰੀਤੀ ਕਰਨ ਨਾਲ ਸਰੀਰ ਪਾ ਮੂੰਹ ਦੇ ਉੱਪਰ ਲਾਹਣ ਦਾ ਰੂਪ ਸਵਾਹੀ ਪੈਂਦੀ ਹੈ। ਚਿਤ ਆਏ ਪੂਰਨ ਸਭ ਕਾਜ। ਇਹ ਪਰਮੇਸ਼ਰ ਜਿਸ ਨੂੰ ਤੇਰੇ ਗੁਣ ਚੇਤੇ ਆਉਂਦੇ ਨੇ, ਯਾਦ ਆਉਂਦੇ ਨੇ, ਉਹਦੇ ਸਾਰੇ ਦੁਨਿਆਵੀ ਕੰਮ ਪਰਮਾਰਥ ਆਦਿਕ ਦੇ ਸਾਰੇ ਕੰਮ ਪੂਰੇ ਸਫਲ ਹੋ ਜਾਂਦੇ ਹਨ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਲਾਖੀ ਰਾਮ। ਗੌੜੀ ਮਹੱਲਾ ਪੰਜਵਾ। ਥਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸਾਹਿਬ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮ ਮਹਾਰਸ ਪੀਨ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਥਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਤੁਮਰੇ
काज सवारे। प्रभ चेते आए पूरन सब काज। हे परमात्मा जद तू चेते आउंदा है सारे काम साडे पूरे हो जाते ने, पर हर बिसरत सब का मुहताज। तेरे भुल्लण दे नाल सारियां दी मुताजगी अधीनगी ते हाजतमंद वाले हो जाईदा है। हर बिसरत सबका मोहताज। हरी तेरे नाम भुल्लण दे नाल हरेक अगे हथ अड्डना पैंदा है। गुरु का सिख अमृतधारी होवे, पंज बाणियां दा नितनेमी होवे, रह रास कीर्तन सोहले दा पाठ डेली करदा होए, ते हो सके तां सुखमनी साहब श्री गुरु ग्रंथ साहब जी की हाजूरी विच करे। किसी का कारोबार डाउन हो गया होवे, पैसे का लॉस हो गया होवे, गई बहोड़ बंदी छोड़ निरंकार दुखदारी, तां गुरु महाराज व्यर्थ गई कमाई नूं दुबार तो लिया के फिर सेवा विच हाजिर कर दिंदे ने। कोई बिजनेस सो डाउन हो गया होवे, चढ़दी कला करते हैं। किसी की नौकरी टुट गई होवे, गुरु महाराज कारोबार दे विच लाउंदे ने। सो महाराज की बाणी दुनिया दे विच भी मदद करदी है। चढ़ाई करन तो बाद तां भला सचखंड च वासा कराउणा ही है, इत्थे भी मददगार है। जह मात पिता सुत मीत न भाई, मन ऊहा नाम तेरा संग सहाई। जय महाभयान दूत जमदल तै केवल नाम संग तेरा चलै। जय मुश्किल होवे त भारी, हर को नाम किन माही उधारी। सो हरि का नाम भुल्लण तो सब की मुताजगी हुंदी, पर जे महाराज का नाम चेते आ जाए तो किसी की मुताजगी नहीं करनी पैंदी। फरीद साहब जी ने आखिया, कहते हैं कि जे तू एवै रखसी जियो शरीरों ले। ये महाराज फरीदा बार पराया बैसना, मैनू पराए दियां बरूहां ते बैठना मंगना ना देवी। फरीदा बार पराया बैसना साईं मुझे ना दे, जे तू एवै रखसी जियो शरीरों ले। असी मंगना, किसी का कुंडा खड़का के आवाज़ मार के उहदे अगे हथ अड्डना, कोई सवाल पाउणा, कोई डिमांड रखनी, इस तरह का सुभाव नहीं चाहते। जे तू इतना ही चाहता भी असी मंगते रहीए, घरों घर तुरे फिरते रहीए, तो साडी जान कढ ला। असी मरे चंगे आ। जिहड़ा इज्जत का खाना है ये भावें अद्धी रोटी है तां भी महाराज सो ये चढ़दी कला का खाना है। जे जीवै पत लथी जाए सब हराम जेता किश खाए। सो इसलिए ये तेरे चरणों में अरदास है। तो महाराज कृपा करदा, मारू महला पंजवा, जा तू मेरे वल है तां क्या मोह छंदा। पौड़ी जा तू मेरे वल है तां क्या मोह छंदा। तुद सब किश मैनू सौंबिया जहाँ तेरा बंदा। लक्ष्मी तोड़ न आवई खाए खर्च रहंदा। सो आनंद भया सुख पाया जा तुद पाबंदा। ते इयों ये महाराज सच्चे पातशाह जी की जिन्हों की कृपा हुई है उन्होंने मुताजगी अधीनगी सो किसी की नहीं करनी पैंदी। वो गुरु महाराज की कृपा नाल हमेशा चढ़दी कला च रहिंदे ने। चरण कमल संग लागी प्रीत। ये परमेश्वर जिहदी तेरे चरण कमलों दे नाल प्रीति लगन लगी हुई है। बिसर गई सब दुर्मद रीत। ओदी खोटी मत वाली जिहड़ी रीति मर्यादा सारी ओनू भुल गई है। ताने अंतर हर हर मंत। जिन्हां दे मन हिरदे ते तन शरीर विच हे हरि तेरा हरि नाम रूपी मंत्र वसदा है। भगतन कै घर सदा आनंद। तां सतगुरु महाराज कथन करदे ने कि उन्हां भगत जनां दे हिरदे रूपी घर विच या उन्हां दी संगत विच हमेशा आनंद ही आनंद
खुशियाँ खेड़े बने रहिंदे ने। आनंद भया मेरी माए सतगुरु मैं पाया, सतगुर कहता पाया सहज सेती मन वजियां वाधाइयां। नानक भगतां सदा विगास सुनिया दुख पाप का नाश। नानक कह घर केवल नाम, इत्थे नाम का कीर्तन अभ्यास होने करके इत्थे हमेशा आनंद ते खुशियां खेड़े बने रहिंदे ने।